ਵਾਹਿਗੁਰੂ 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 ਵਾਹਿਗੁਰੂ। ਸ੍ਰੀ ਵਾਹਿਗੁਰੂ ਸਾਹਿਬ ਜੀ। ਤਨਾਸਰੀ ਮਹੱਲਾ ਪਹਿਲਾ ਘਰ ਦੂਜਾ ਅਸ਼ਟਪਦੀਆ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਗੁਰ ਸਾਗਰ ਰਤਨੀ ਭਰਪੂਰੇ। ਅੰਮ੍ਰਿਤ ਸੰਤ ਚੁਗਹਿ ਨਹੀਂ ਦੂਰੇ। ਹਰ ਰਸ ਜੋਗ ਚੁਗਹਿ ਪ੍ਰਭ ਭਾਵੈ। ਸਰਵਰ ਮਹਿ ਹੰਸ ਪ੍ਰਾਨ ਪਤ ਪਾਵੈ। ਗੁਰ ਸਾਗਰ ਰਤਨੀ ਭਰਪੂਰੇ। ਅੰਮ੍ਰਿਤ ਸੰਤ ਚੁਗਹਿ ਨਹੀਂ ਦੂਰੇ। ਹਰ ਰਸ ਜੋਗ ਚੁਗਹਿ ਪ੍ਰਭ ਭਾਵੈ। ਸਰਵਰ ਮਹਿ ਹੰਸ ਪ੍ਰਾਨ ਪਤ ਪਾਵੈ। ਕਿਆ ਬਗ ਬੱਪੜਾ ਛਪੜੀ ਨਾਏ। ਕੀਚੜ ਡੂਬੈ ਮੈਲ ਨਾ ਜਾਏ। ਕਿਆ ਬਗ ਬੱਪੜਾ ਛਪੜੀ ਨਾਏ। ਕੀਚੜ ਡੂਬੈ ਮੈਲ ਨਾ ਜਾਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਗੁਰੂ ਕੀ ਸਾਜੀ ਨਵਾਜੀ। ਗੁਰੂ ਸਰੂਪ ਗੁਰੂ ਖਾਲਸਾ ਸਾਧ ਸੰਗਤ ਜੀ। ਦੀਨ ਦੁਨੀਆ ਦੇ ਮਾਲਕ ਆਪ ਨਰੈਣ ਕਲਾ ਧਾਰ ਜਗ ਮੈਂ ਪਰਵਰਿਓ। ਧੰਨ ਧੰਨ ਸਤਿਗੁਰੂ ਨਾਨਕ ਪਾਤਸ਼ਾਹ ਮਨ ਸਾਡੇ ਤੇ ਕਿਰਪਾ ਕੀਤੀ। ਗੁਰੂ ਕੇ ਸਿੱਖਾ ਹੰਸ ਬਣ ਕੇ ਆਪਣੀ ਜ਼ਿੰਦਗੀ ਨੂੰ ਸਫਲਾ ਕਰ। ਜਿਹੜੇ ਕਾਂ ਨੇ ਉਹਨਾਂ ਦੀ ਉਮਰ ਲੰਮੇਰੀ ਦਾ ਜ਼ਿਕਰ ਤਾਂ ਹੈ, ਲੇਕਿਨ ਕਾਵਾਂ ਨੇ ਜ਼ਿੰਦਗੀ ਪਰਯੰਤ ਕੂੜਾ ਫਰੋਲ ਕੇ ਗੰਦਗੀ ਖਾਧੀ। 84 ਲੱਖ ਜੂਨ ਦੇ ਵਿੱਚੋਂ ਇੱਕ ਮਨੁੱਖ ਜਾਮਾ ਸਾਰਿਆਂ ਤੋਂ ਸ੍ਰੇਸ਼ਟ ਹੈ। ਇਸ ਕਰਕੇ ਇਸ ਮਨੁੱਖੀ ਜਾਮੇ ਦੀ ਕਦਰ ਕਰਦਿਆਂ ਹੰਸ ਬਣ ਕੇ ਨੇਕੀ ਨੂੰ ਗ੍ਰਹਿਣ ਕਰਤੇ ਆਪਣੇ ਜੀਵਨ ਨੂੰ ਸਫਲਾ ਕਰ। ਜਦੋਂ ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਇਹ ਗੱਲ ਕਹੀ, ਜਗਿਆਸੂ ਨੇ ਸਵਾਲ ਕੀਤਾ ਵੀ ਪਾਤਸ਼ਾਹ ਜਿਹੜੇ ਹੰਸ ਨੇ ਉਹ ਮਾਨ ਸਰੋਵਰ 'ਤੇ ਰਹਿੰਦੇ ਨੇ, ਅਸੀਂ ਮਨੁੱਖ ਹਾਂ ਅਤੇ ਸਾਡੇ ਲਈ ਮਾਨ ਸਰੋਵਰ ਕਿਹੜਾ ਹੈ? ਤੋ ਸਤਿਗੁਰੂ ਪਾਤਸ਼ਾਹ ਕਹਿੰਦੇ ਗੁਰੂ ਕੇ ਸਿੱਖਾ ਸਿੱਖ ਵਾਸਤੇ ਗੁਰੂ ਹੀ ਮਾਨ ਸਰੋਵਰ ਹੈ। ਔਰ ਫਿਰ ਨਾਲ ਗੁਰਦੇਵ ਨੇ ਗੁਰੂ ਦੀ ਸਾਗਰ ਨਾਲ ਤੁਲਨਾ ਕੀਤੀ ਹੈ। ਇਹਨੂੰ ਕਹਿੰਦੇ ਇੱਕ ਅੰਗੀ ਦ੍ਰਿਸ਼ਟਾਂਤ। ਇੱਕ ਅੰਗੀ ਦ੍ਰਿਸ਼ਟਾਂਤ ਇਹ ਲਫ਼ਜ਼ ਮੈਂ ਤਾਂ ਕਿਹਾ, ਸਮੁੰਦਰ ਕਈ ਥਾਵਾਂ 'ਤੇ ਖਾਰਾ ਹੈ, ਲੇਕਿਨ ਜਿਹੜਾ ਗੁਰੂ ਹੈ ਨਾ ਇਹ ਖਾਰਾ ਨਹੀਂ। ਇਸੇ ਕਰਕੇ ਗੁਰਮੁਖਾ ਨਾਲ ਸਮੁੰਦਰ ਦੇ ਬਾਰੇ ਆਪਾਂ ਇਹ ਵੀ ਪੜ੍ਹਦੇ ਵੀ ਇਹਦੇ ਵਿੱਚ 14 ਰਤਨ ਹੋਏ, ਪਰ ਉਹਨਾਂ 14 ਰਤਨਾਂ ਦੇ ਵਿੱਚ ਇੱਕ ਜ਼ਹਿਰ ਵੀ ਸੀ, ਇੱਕ ਸ਼ਰਾਬ ਵੀ ਸੀ। ਲੇਕਿਨ ਗੁਰੂ ਇੱਕ ਅਜਿਹਾ ਸਾਗਰ ਹੈ ਜਿਹਦੇ ਵਿੱਚ ਨਾ ਵਿਖ ਹੈ ਤੇ ਨਾ ਮਦ ਹੰਕਾਰ ਹੈ, ਨਾ ਸ਼ਰਾਬ ਹੈ। ਇਸ ਕਰਕੇ ਇਸ ਪੱਖ ਨੂੰ
ਜਿਵੇਂ ਸਤਿਗੁਰੂ ਪਾਤਸ਼ਾਹ ਨੇ, ਕਿਉਂਕਿ ਅੱਜ ਵੀ ਅਸ਼ਟਪਦੀ ਹੈ, ਲਮੇਰੀਆਂ ਵਿਚਾਰਾਂ ਨੇ, ਇਹਨਾਂ ਨੂੰ ਆਪਾਂ ਵਿਚਾਰਨ ਦਾ ਯਤਨ ਕਰਨਾ ਹੈ। ਗੁਰੂ ਕੇ ਚਰਨਾਂ ਵਿੱਚ ਵਾਰ-ਵਾਰ ਜੁੜਨ ਦਾ ਇੱਕੋ ਇੱਕ ਤਰੀਕਾ ਹੈ। ਮੈਂ ਕੱਲ੍ਹ ਵੀ ਜ਼ਿਕਰ ਕੀਤਾ ਸੀ, ਇੱਕ ਡਾਕਟਰ ਜਸਵੰਤ ਸਿੰਘ ਨੇਕੀ ਨੇ ਅਰਦਾਸਨਾਮੇ ਪੁਸਤਕ ਲਿਖੀ ਤੇ ਉਸ ਗੁਰਮੁਖ ਨੇ ਬਹੁਤ ਸੁੰਦਰ ਵਿਆਖਿਆ ਕੀਤੀ। ਉਹਦੇ ਵਿੱਚ ਉਹਨਾਂ ਜ਼ਿਕਰ ਕੀਤਾ ਵੀ ਜਿਹੜਾ ਇਹ ਵਾਰ-ਵਾਰ ਸਾਨੂੰ ਅਰਦਾਸ ਵਿੱਚ ਕਿਹਾ ਜਾਂਦਾ, ਬੋਲੋ ਜੀ ਵਾਹਿਗੁਰੂ 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 ਨਾਮ ਚੇਤਾਵੇ, ਉਹਦਾ ਕਾਰਨ ਇਹ ਹੈ ਕਿ ਸਾਡੀ ਜ਼ਿੰਦਗੀ ਦਾ ਮੇਨ ਧੁਰਾ ਵਾਹਿਗੁਰੂ ਹੈ। ਜਿਹੜੇ ਫੁੱਲ, ਜਿਹੜੇ ਫਲ ਟਾਹਣੀ ਨਾਲ ਲੱਗੇ ਰਹਿਣਗੇ ਉਹ ਹਰੇ ਰਹਿਣਗੇ, ਜਿਹੜਾ ਟਾਹਣੀ ਨਾਲ ਟੁੱਟ ਗਿਆ ਉਹ ਸੁੱਕ ਜਾਏਗਾ। ਸਾਡਾ ਮੇਨ ਧੁਰਾ ਵਾਹਿਗੁਰੂ। ਆਪਾਂ ਜੇ ਵਾਹਿਗੁਰੂ ਰੂਪੀ ਟਾਹਣੀ ਨਾਲ ਜੁੜੇ ਰਹਿ, ਆਪਾਂ ਹਰੇ ਰਵਾਂਗੇ। ਅਗਰ ਵਾਹਿਗੁਰੂ ਨਾਲ ਟੁੱਟ ਗਏ ਤੇ ਗੁਰਮੁਖੋ ਆਪਾਂ ਸੁੱਕ ਜਾਵਾਂਗੇ। ਮੈਂ ਕਈ ਵਾਰ ਇੱਥੇ ਜ਼ਿਕਰ ਕੀਤਾ ਹੈ, ਪੱਟੀ ਤੇ ਲਾਹੌਰ ਆਪਣੇ ਬਹੁਤ ਲਾਗੇ ਲਾਗੇ ਨੇ। ਸਾਡੀਆਂ ਵਡੇਰੀਆਂ ਮਾਵਾਂ ਭੈਣਾਂ ਪੱਟੀ ਦੀ ਜੇਲ੍ਹ ਵਿੱਚ ਕੈਦ ਹੋਈਆਂ। ਉਹਨਾਂ ਦੇ ਬੱਚਿਆਂ ਦੇ ਟੋਟੇ ਟੋਟੇ ਕਰਕੇ ਉਹਨਾਂ ਦੇ ਗਲਾਂ ਵਿੱਚ ਹਾਰ ਪਵਾਏ। ਅੱਜ ਤਾਂ ਆਪਾਂ ਇਹ ਕਹਿੰਦੇ ਹਾਂ ਵੀ ਲੰਗਰ 'ਚ ਰੋਟੀ ਖਾਣ ਗਏ ਤੇ ਇੱਕ ਪਾਸਾ ਸੜਿਆ ਸੀ, ਸਵਾਦ ਨਹੀਂ ਆਇਆ। ਸਾਡੀ ਅਵਸਥਾ ਜੇ ਹੈ, ਲੰਗਰ 'ਚ ਗਏ ਸਾਂ, ਪ੍ਰਸ਼ਾਦਾ ਇੱਕ ਪਾਸੇ ਤੋਂ ਸੜਿਆ ਸੀ, ਸਵਾਦ ਨਹੀਂ ਆਇਆ। ਸਬਜ਼ੀ ਵਿੱਚ ਲੂਣ ਘੱਟ ਸੀ, ਗੁਰਸਿੱਖਾ ਸਵਾਦੂ ਨਾ ਬਣ। ਯਾਦ ਕਰੋ ਨਾ ਬੀਬੀਆਂ ਭੈਣਾਂ ਨੂੰ, 4 ਬੀਬੀਆਂ ਭੈਣਾਂ ਨੂੰ ਰੋਟੀ ਇੱਕ ਮਿਲਦੀ, 1 ਰੋਟੀ ਤੇ 4 ਬੀਬੀਆਂ। ਇਹ ਇਤਿਹਾਸ ਹੈ ਸਾਡਾ। ਅਸੀਂ ਪੜ੍ਹਦੇ ਹਾਂ ਖੰਨੀ ਖੰਨੀ ਰੋਟੀ ਤੇ ਗੁਜ਼ਾਰਾ ਕੀਤਾ, ਖੰਨੀ ਖੰਨੀ ਤੇ। ਖੰਨੀ ਤੋਂ ਭਾਵ ਰੋਟੀ ਦਾ ਚੌਥਾ ਹਿੱਸਾ, 1.25 ਮਣ ਦਾਣੇ ਜਿਹੜੇ ਹੱਥ ਨਾਲ ਪੀਸਣੇ ਨੇ। ਹੁਣ ਤਾਂ ਗੁਰਮੁਖੋ ਅਸੀਂ 2 ਗੰਢੇ ਰਗੜਨੇ ਤੇ ਕਹਿੰਦੇ ਗ੍ਰਾਈਂਡਰ ਲੈ ਕੇ ਆਓ, ਗੰਢੇ ਨਹੀਂ ਕੁੱਟੇ ਜਾਂਦੇ, ਇੰਨੇ ਸੋਲ ਹੋ ਗਏ ਆ। ਭੇਜਣਾ ਤੇ ਗ੍ਰਾਈਂਡਰ ਨਾਲ ਆਵੇ, ਕਹਿੰਦੇ ਗੰਢੇ ਨਹੀਂ ਕੁੱਟੇ ਜਾਣੇ। ਬੀਬੀਆਂ ਨੂੰ ਰੋਟੀ ਮਿਲੀ ਚੱਪਾ ਚੱਪਾ, ਤੇ ਨੌਜਵਾਨ ਬੀਬੀ ਕਹਿੰਦੀ ਵੀ ਬੇਬੇ ਤੇਰੀ ਉਮਰ ਲਬੇਰੀ ਹੈ, ਮੈਂ ਤਾਂ 2 ਦਿਨ ਕੱਢ ਜਾਵਾਂਗੀ, ਤੂੰ ਪਹਿਲਾਂ ਖਾ ਲਾ। ਤੇ ਜਿਹੜੀ ਵਡੇਰੀ ਉਮਰ ਦੀ ਮਾਂ ਹੈ ਉਹ ਕਹਿੰਦੀ ਧੀਏ ਮੈਂ ਤਾਂ ਕੰਢੇ ਲੱਗੀ ਹਾਂ, ਤੇਰੀ ਗੋਦੀ 'ਚ ਨਿੱਕਾ ਜਿਹਾ ਬਾਲਕ ਹੈ, ਜੇ ਅੰਨ ਦਾ ਭੋਰਾ ਜਾਵੇਗਾ ਤੇ ਦੁੱਧ ਆਵੇਗਾ ਬੱਚੀਏ, ਨਹੀਂ ਤੇ ਮਾਸੂਮ ਦੁੱਧ ਕਿੱਥੋਂ ਪੀਵੇਗਾ। ਇਹ ਸਾਡਾ ਮੂਲ ਇਤਿਹਾਸ ਹੈ। ਸਾਡੇ ਅੰਦਰ ਇੰਨਾ ਸਿੱਧ ਚਾਹੀਦਾ, ਇੰਨਾ ਸੰਤੋਖ ਚਾਹੀਦਾ। ਉਹਨਾਂ ਬੱਚਿਆਂ ਦੇ ਟੋਟੇ ਟੋਟੇ ਕੀਤੇ, ਗਲਾਂ 'ਚ ਹਾਰ ਪਾਏ। ਉਹਨਾਂ ਬੱਚਿਆਂ ਦੇ ਟੋਟਿਆਂ ਦੇ ਗੁਲਾਬ ਦੇ ਫੁੱਲ ਨਹੀਂ, ਕਲੀਆਂ ਦੇ ਫੁੱਲ ਨਹੀਂ। ਹੁਣ ਤਾਂ ਸਾਰਾ ਕੁਝ ਆਰਟੀਫਿਸ਼ਲ ਹੋ ਗਿਆ। ਜਦੋਂ ਕੋਈ ਆਉਂਦਾ ਨਾ ਲੀਡਰ ਸ਼ੀਡਰ, ਉਹਨੂੰ ਫੁੱਲਾਂ ਦਾ ਗੁਲਦਸਤਾ ਦੇਣਗੇ ਤੇ ਉਹ ਵੀ ਬਿਨਾਂ ਸੁਗੰਧੀ ਤੋਂ, ਨਕਲੀ ਪਲਾਸਟਿਕ ਦੇ। ਸਾਡੇ ਵਿੱਚ ਖੁਸ਼ਬੂ ਤਾਂ ਹੈ ਹੀ ਨਹੀਂ। ਬੀਬੀਆਂ ਦੇ ਬੱਚਿਆਂ ਦੇ ਟੋਟੇ ਟੋਟੇ ਕਰਕੇ ਗਲਾਂ 'ਚ ਹਾਰ ਪਾਏ। ਆਪਾਂ ਗੁਰਸਿੱਖ ਕਮਾਉਣੇ ਆ, ਪਰ ਗੁਰਸਿੱਖੀ ਕਮਾਉਣੀ ਬਹੁਤ ਔਖੀ। ਸਾਡੀਆਂ ਸਤਿਕਾਰਯੋਗ ਉਹਨਾਂ ਬੀਬੀਆਂ ਭੈਣਾਂ ਮਾਵਾਂ ਨੇ ਆਖਿਆ ਸੀ, ਇਹ ਪੀ ਦਾਤ ਤੇਰੀ ਦਤਾਰ, ਹੇ ਕਲਗੀਧਰ ਪਾਤਸ਼ਾਹ ਇਹ ਵੀ ਤੇਰੀ ਮਿਹਰਬਾਨੀ ਹੈ। ਮੇਰੀ ਕੁੱਖ ਨੂੰ ਸਫਲਿਆਂ ਕੀਤਾ, ਮੇਰੀ ਕੁੱਖ ਤੋਂ ਸ਼ਹੀਦ ਪੈਦਾ ਹੋਇਆ। ਇਹ ਹੈ ਸਾਡਾ ਮੂਲ। ਸਤਿਗੁਰੂ ਪਾਤਸ਼ਾਹ ਜਿਵੇਂ ਕਿਰਪਾ ਕਰਨਗੇ। ਮੈਂ ਇਹ ਬੇਨਤੀ ਤਾਂ ਕੀਤੀ ਵੀ ਆਪਾਂ ਜਦੋਂ ਕਹਿੰਦੇ ਨਾ ਵਾਹਿਗੁਰੂ, ਤੇ ਕਈਆਂ ਨੇ ਕਹਿਣਾ ਵੀ ਇਹਨਾਂ ਤਵੇਲਿਆਂ ਨੂੰ ਕੰਮ ਹੀ ਕੋਈ ਨਹੀਂ, ਘੜੀ ਮੁੜੀ ਵਾਹਿਗੁਰੂ ਵਾਹਿਗੁਰੂ ਕਹੀ ਜਾਂਦੇ ਨੇ। ਗੁਰਮੁਖੋ ਅਸੀਂ ਆਏ ਸੰਸਾਰ ਵਿੱਚ ਵਾਹਿਗੁਰੂ ਨਾਲ ਜੁੜਨੀ ਆ। ਜੇ ਵਾਹਿਗੁਰੂ ਭੁੱਲ ਗਿਆ ਤੇ ਸਾਡਾ ਜੀਵਨ ਕਿਸੇ ਕੰਮ ਨਹੀਂ। ਰੋਜ਼ਾਨਾ ਪਾਠ ਕਰਦੇ ਆਖਾਂ ਜੀਵਾਂ ਵਿਸਰੇ ਮਰ ਜਾਓ, ਪਰ ਨਾਲ ਗੁਰੂ ਬਾਬੇ ਨੇ ਆਖਿਆ ਆਖਣ ਔਖਾ ਸਾਚਾ ਨਾਓ।
ਉਹਦਾ ਵਾਹਿਗੁਰੂ ਦਾ ਨਾਮ ਲੈਣਾ ਔਖਾ ਬੜਾ ਹੈ। ਤੋ ਸਤਿਗੁਰੂ ਪਾਤਸ਼ਾਹ ਸਾਡੇ ਤੇ ਮਿਹਰਾਂ ਕਰਨ, ਬਿਰਤੀ ਇਕਾਗਰ ਕਰਨ ਦਾ ਯਤਨ ਕਰੀਏ ਤੇ ਬੋਲੋ ਸਤਨਾਮ ਵਾਹਿਗੁਰੂ। ਹਾਂਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤਨਾਸਰੀ ਮਹੱਲਾ ਪਹਿਲਾ। ਘਰ ਦੂਜਾ ਅਸ਼ਟਪਦੀਆ। ਇਕ ਓੰਕਾਰ ਸਤਿਗੁਰ ਪ੍ਰਸਾਦ। ਤਨਾਸਰੀ ਰਾਗ ਦੇ ਵਿੱਚ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੀ ਇਹ ਅਸ਼ਟਪਦੀਆਂ ਉਚਾਰਨ ਕੀਤੀਆਂ ਨੇ। ਤੇ ਕੀਰਤਨ ਕਰਨ ਵਾਲੇ ਗੁਰਮੁਖ ਵਾਲਿਆਂ ਪਿਆਰਿਆਂ ਨੂੰ ਹਦਾਇਤ ਹੈ ਵੀ ਗੁਰਮੁਖੋ ਤੁਸੀਂ ਦੂਜੇ ਕੁਰਸਲ ਤਾਲ ਵਿੱਚ ਦਾ ਕੀਰਤਨ ਕਰਨਾ ਹੈ। ਇੱਕ ਅਦਵੈਤ ਰੂਪੀ ਬ੍ਰਹਮ ਸੱਚੇ ਗੁਰੂ ਦੀ ਕਿਰਪਾ ਨਾਲ ਪ੍ਰਾਪਤ ਹੋਵੇਗਾ। ਗੁਰ ਸਾਗਰ ਰਤਨੀ ਭਰਪੂਰੇ। ਗੁਰਮੁਖਾ ਇੱਕ ਜਿਹੜਾ ਗੁਰੂ ਹੈ ਨਾ ਉਹ ਸਮੁੰਦਰ ਵਰਗਾ ਹੈ। ਔਰ ਫਿਰ ਇਹਦੇ ਵਿੱਚ ਬੇਅੰਤ ਰਤਨ ਨੇ, ਉੱਥੇ 14 ਦੀ ਗਿਣਤੀ, ਇੱਥੇ ਅੰਤ ਕੋਈ ਨਹੀਂ। ਉਹਨਾਂ ਰਤਨਾਂ ਦੇ ਵਿੱਚੋਂ ਇੱਕ ਰਤਨ ਦਾ ਆਪਾਂ ਰੋਜ਼ਾਨਾ ਪਾਠ ਕਰਦੇ ਹਾਂ, ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿਤ ਜੜਾਓ। ਗੁਰੂ ਰੂਪੀ ਸਾਗਰ ਦੇ ਵਿੱਚ ਗੁਰਮੁਖਾ ਸਭ ਤੋਂ ਕੀਮਤੀ ਹੈ ਗੁਰੂ ਦਾ ਉਪਦੇਸ਼। ਔਰ ਮੇਰਾ ਗੁਰਦੇਵ ਇਹਨਾਂ ਉਪਦੇਸ਼ਾਂ ਨਾਲ ਭਰਿਆ ਪਿਆ ਆਪਾਂ ਕਲਪਦੇ ਹਾਂ ਗੁਰਮੁਖ। ਦਾ ਕਾਰਨ ਜਿਉ ਤਪਤ ਹੈ ਬਾਰੋ ਬਾਰ, ਤਪ ਤਪ ਖਪੇ ਬਹੁਤ ਬੇਕਾਰ। ਜੈ ਤਨ ਬਾਣੀ ਵਿਸਰ ਜਾਏ, ਜੋ ਪੱਕਾ ਰੋਗੀ ਬੁਲਾਏ। ਆਪਾਂ ਜੇ ਕਲਪਦੇ ਆ ਨਾ, ਇਹ ਸ਼ਬਦ ਗੁਰੂ ਨਾਨਕ ਪਾਤਸ਼ਾਹ ਨੇ ਮਿੰਟ ਗੁਮਰੀ ਜ਼ਿਲ੍ਹੇ 'ਚ ਦਪਾਲਪੁਰ ਪਿੰਡ ਉਸ ਥਾਂ 'ਤੇ ਉਚਾਰਨਾ ਕੀਤਾ ਹੈ। ਜਿਉ ਤਪਤ ਹੈ ਬਾਰੋ ਬਾਰ, ਬਾਰ ਬਾਰ ਕਰਪੀ ਜਾਣੇ। ਦਿਨੇ ਵੀ ਪਰੇਸ਼ਾਨ, ਰਾਤ ਵੀ ਪਰੇਸ਼ਾਨੀ। ਤੇ ਨਾਲ ਗੁਰੂ ਬਾਬਾ ਕਹਿੰਦਾ ਤੇਰਾ ਤਪਣਾ ਫਜ਼ੂਲ ਹੈ, ਤੇਰੇ ਰੋਣ ਨਾਲ ਕੁਝ ਨਹੀਂ ਹੋਣਾ। ਤਪ ਤਪ ਖਪੇ ਬਹੁਤ ਬੇਕਾਰ। ਤੇ ਤੇਰੇ ਤਪਣ ਦਾ ਕਾਰਨ ਇੱਕੋ ਕਹੇ, ਜੈ ਤਨ ਬਾਣੀ ਵਿਸਰ ਜਾਏ, ਜਿਉਂ ਪੱਕਾ ਰੋਗੀ ਬੁਲਾਏ। ਉਹ ਬਿਮਾਰੀ ਜਿਹਦਾ ਇਲਾਜ ਕੋਈ ਨਹੀਂ ਤੇ ਉਹ ਮਰੀਜ਼ ਜਿਵੇਂ ਰੋਂਦਾ ਨਾ, ਇਸ ਪ੍ਰਕਾਰ ਇਹ ਮਨੁੱਖ ਵਾਹਿਗੁਰੂ ਦੇ ਨਾਮ ਦੇ ਨਾਲ ਟੁੱਟ ਕਰਕੇ ਪਰੇਸ਼ਾਨ ਹੈ। ਅੰਮ੍ਰਿਤ ਸੰਤ ਚੁਗ ਹੈ ਨਹੀਂ ਦੂਰੇ। ਜਿਹੜੇ ਸੰਤ ਰੂਪੀ ਹੰਸ ਨੇ ਨਾ, ਉਹ ਨਾਮ ਰੂਪੀ ਅੰਮ੍ਰਿਤ ਨੂੰ ਚੁਗਦੇ ਹਨ। ਔਰ ਉਹ ਗੁਰੂ ਕੇ ਲਾਲ, ਗੁਰੂ ਤੋਂ ਦੂਰ ਨਹੀਂ ਜਾਂਦੇ। ਹਰ ਰਸ ਚੋਗ ਚੁਗ ਹੈ ਪ੍ਰਭ ਭਾਵੈ। ਇੱਕ ਮਹਾਤਮਾ ਸਨ ਗੁਰਮੁਖ ਉਦਾਸੀ, ਤੇ ਉਹਨਾਂ ਦਾ ਸੁਭਾਅ ਵੀ ਜਿੰਨੀ ਵੇਰਾ ਵੀ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦੇ ਕੋਲ ਜਾਣਾ ਤੇ ਉਹਨਾਂ ਦਿਹਾੜੀ 'ਚ ਪਤਾ ਨਹੀਂ ਕਿੰਨੀ ਕੁ ਵੇਰਾ ਮੱਥਾ ਟੇਕਣਾ। ਤੇ ਨੂਤਾ ਚੀਨੀ ਧਰ ਥਾਂ ਤੇ ਹੈ। ਕਿਸੇ ਨੇ ਕਹਿ ਦਿੱਤਾ ਵੀ ਬਾਬਾ ਜੀ ਤੁਹਾਨੂੰ ਹੋਰ ਕੋਈ ਕੰਮ ਨਹੀਂ, ਤੇ ਮੱਥਾ ਟੇਕਣਾ ਇੱਕ ਵੇਰਾ ਹੋਇਆ, 2 ਵੇਰਾ ਹੋਇਆ, 3 ਵੇਰਾ ਹੋਇਆ, ਤੇ ਤੁਸੀਂ ਸਾਰਾ ਦਿਨ ਇਹੋ ਕੰਮ ਕਰਦੇ ਜੇ। ਉਹ ਮਹਾਤਮਾ ਨੇ ਬੜਾ ਸੁੰਦਰ ਜਵਾਬ ਦਿੱਤਾ। ਉਹਦੀ ਤੋਂ ਮੈਂ ਬੜਾ ਕਹਿ ਲਾਂ ਤੇ ਤਾਂ ਕਹਿਣ ਲੱਗਾ। ਉਹ ਕਹਿੰਦੇ ਮਿੱਤਰਾ, ਪਸ਼ੂਆਂ ਦੀਆਂ ਹੱਡੀਆਂ ਵੀ ਕੰਮ ਦੀਆਂ, ਪਸ਼ੂਆਂ ਦਾ ਚਮੜਾ ਵੀ ਕੰਮ ਦਾ, ਪਰ ਤੂੰ ਕਿਹਾ ਵੀ ਵਾਰ-ਵਾਰ ਬਾਬਾ ਜੀ ਤੁਹਾਨੂੰ ਹੋਰ ਕੋਈ ਕੰਮ ਨਹੀਂ, ਮੇਰੇ ਸਿਰ ਦੀ ਇੱਕ ਚਵਾਨੀ ਕੀਮਤ ਨਹੀਂ ਹੋ। ਇਹ ਤਾਂ ਹੈ ਹੀ ਨਿਕੰਮਾ। ਤੇ ਮੈਂ ਚਾਹੁੰਦਾ ਵੀ ਕਿਤੇ ਗੁਰੂ ਦੇ ਚਰਨਾਂ 'ਚ ਇਹ ਨੀਵਾਂ ਹੋ ਕੇ ਤੇ ਇਹਦੀ ਕਿਤੇ ਕੀਮਤ ਪੈ ਜਾਏ। ਇਹ ਜੇ ਗੁਰਸਿੱਖੀ। ਇਸ ਪ੍ਰਕਾਰ ਉਹ ਸੱਤ ਨਾਲ ਜਿਹੜੇ ਗੁਰਮੁਖ ਪਿਆਰੇ ਨੇ, ਸੰਤ ਦਾ ਭਾਵ ਸੱਤ ਨਾਲ ਜੁੜੀਆਂ ਹੋਈਆਂ ਰੂਹਾਂ, ਜਿਨ੍ਹਾਂ ਦੇ ਪੱਲੇ ਸੱਤ ਹੈ, ਉਹ ਸੱਤ ਨਾਲ ਜੁੜੀਆਂ ਹੋਈਆਂ ਰੂਹਾਂ ਨਾਮ ਰੂਪੀ ਅਮਰ ਦੀਆਂ ਘੁੱਟਾਂ ਗੁਰੂ ਕੋਲੋਂ ਭਰਦੀਆਂ ਨੇ, ਦੂਰ ਨਹੀਂ ਜਾਂਦੀਆਂ। ਸਰਵਰ ਮਹਿ ਹੰਸ ਪ੍ਰਾਨ ਪਤ ਪਾਵੈ। ਮਾਰਾ ਚੋਗ ਚੁਗੇ ਪ੍ਰਭ ਭਾਵੈ। ਜਿਹੜਾ ਹਰੀ ਦਾ ਨਾਮ ਰਸ ਹੈ ਨਾ, ਇਹ ਚੋਗ ਚੁਗਦੇ ਨੇ ਤੇ ਜਿਹਦੇ ਨਾਲ ਉਹ ਪਰਮਾਤਮਾ ਨੂੰ ਭਾ ਜਾਂਦੇ ਹਨ। ਸਰੋਵਰ ਨਾਲ ਤੁਲਨਾ ਕੀਤੀ ਹੈ ਨਾ, ਸਰਵਰ ਮੈਂ ਹੰਸ ਪ੍ਰਾਨ ਪਤ ਪਾਵੈ। ਇਸ ਗੁਰੂ ਰੂਪੀ ਸਰੋਵਰ ਦੇ ਵਿੱਚੋਂ ਪ੍ਰਾਣਾਂ ਦਾ ਪਤੀ ਪਰਮਾਤਮਾ ਮਿਲ ਜਾਂਦਾ ਹੈ। ਇੱਕ ਅਨਮਦ ਦੀ ਬੀਬੀ ਸਹਿਜੋ ਬਾਈ ਹੋਈ ਹੈ।
ਉਹਨੇ ਬਹੁਤ ਲੰਮਾ ਚੌੜਾ ਗ੍ਰੰਥ ਲਿਖਿਆ ਤੇ ਉਹ ਬੀਬੀ ਕਹਿੰਦੀ ਹੈ ਵੀ ਰੱਬ ਨਾਲੋਂ ਗੁਰੂ ਮਹਾਨ ਹੈ। ਮੈਂ ਨਾਲ ਸਪਸ਼ਟੀਕਰਨ ਦਿੱਤਾ ਵੀ ਮੈਂ ਆਪਣੇ ਕੋਲੋਂ ਨਹੀਂ ਕਹਿ ਰਿਹਾ, ਸਹਿਜੋ ਬਾਈ ਬੀਬੀ ਨੇ ਪੁਸਤਕ ਲਿਖੀ ਹੈ, ਧਰਮ ਨੂੰ ਮੰਨਣ ਵਾਲੀ ਔਰਤ ਹੈ ਬੀਬੀ। ਉਹ ਕਹਿੰਦੀ ਵੀ ਰੱਬ ਨੇ ਬੰਦੇ ਦੇ ਅੰਦਰ 5 ਵਿਕਾਰ ਪੈਦਾ ਕੀਤੇ, ਪਰ ਗੁਰੂ ਨੇ ਕਿਰਪਾ ਕੀਤੀ ਉਹਨਾਂ 5 ਵਿਕਾਰ ਨੂੰ ਮਾਰ ਦਿੱਤਾ। ਗੁਰੂ ਤਾਂ ਤਗੜਾ ਹੈ, ਕਹਿੰਦੇ ਬੰਦੇ ਦੇ ਅੰਦਰ ਕਾਮ, ਕ੍ਰੋਧ, ਲੋਭ, ਹੰਕਾਰ, ਇਹ 5 ਤੱਤ ਪ੍ਰਮਾਤਮਾ ਨੇ ਬਣਾਏ ਨੇ ਨਾ। ਉਸ ਬੀਬੀ ਦੀ ਸੋਚ ਮੈਂ ਗੁਰੂ ਨੂੰ ਇਸ ਕਰਕੇ ਮਹਾਨ ਸਮਝਦੀ ਹਾਂ ਵੀ 5 ਔਗਣ ਬੰਦੇ ਦੇ ਅੰਦਰ ਪੈਦਾ ਹੋਏ, ਪਰ ਉਸ ਗੁਰੂ ਨੇ ਕਿਰਪਾ ਕਰਕੇ ਉਹਨਾਂ 5 ਨੂੰ ਮਾਰ ਦਿੱਤਾ। ਪਰਮਾਤਮਾ ਨੇ ਮਨੁੱਖੀ ਜਾਮਾ ਦਿੱਤਾ ਹੈ, ਲੇਕਿਨ ਗੁਰੂ ਨੇ ਕਿਰਪਾ ਕਰਕੇ 84 ਦੇ ਚੱਕਰ ਵਿੱਚੋਂ ਕੱਢ ਦਿੱਤਾ। ਇਸ ਕਰਕੇ ਮੈਂ ਗੁਰੂ ਤੇ ਪਰਮਾਤਮਾ ਦੇ ਨਾਲੋਂ ਵੱਧ ਨਿਸ਼ਚਾ ਕਰਦੀ ਹਾਂ। ਇੱਥੇ ਉਹ ਖਿਆਲ ਹੈ, ਹਰਵਰ ਮੈਂ ਹੰਸ ਪ੍ਰਾਨ ਪਤ ਪਾਵੇ। ਗੁਰੂ ਰੂਪੀ ਸਰੋਵਰ ਦੇ ਵਿੱਚੋਂ ਪ੍ਰਾਣਾਂ ਦੇ ਪਤੀ ਪਰਮਾਤਮਾ ਨੂੰ ਜਿਹੜੇ ਇਹ ਜੀਵ ਨੇ ਇਹ ਲੱਭ ਲੈਂਦੇ ਹਨ। ਕਿਆ ਬਗ ਬੱਪੜਾ ਛਪੜੀ ਨਾਏ। ਬੱਪੜਾ ਦਾ ਭਾਵ ਹੁੰਦਾ ਵਿਚਾਰਾ, ਤੁੱਛ। ਜਿਹੜਾ ਬਗਲਾ ਨਾ ਉਹ ਛਪੜੀਆਂ ਤੇ ਨਹਾਉਂਦਾ, ਛਪੜੀਆਂ ਤੇ। ਆ ਜਿਵੇਂ ਜਾਂਦੇ ਨੇ ਨਾ ਗੱਡੀਆਂ ਭਰ ਭਰ ਕੇ ਆਖਿਰ ਨਾਮ ਲੈਣ ਚੱਲੇ ਆ, ਇਹ ਬਗਲੇ ਜੇ ਇਹਨਾਂ ਛਪੜੀਆਂ ਤੇ ਜਾ ਕੇ ਆਪਣਾ ਜੀਵਨ ਬਰਬਾਦ ਕਰਦੇ ਜੀ। ਛਪੜੀਆਂ ਤੇ ਜਾ ਕੇ ਗਿਆਨੀ ਜੀ ਤੁਹਾਨੂੰ ਤਾਜ਼ੀ ਕਰਨ ਦੀ ਬੜੀ ਆਦਤ ਹੈ। ਤੁਹਾਡਾ ਤਾਂ ਕੰਮ ਹੀ ਨਿੰਦਿਆ ਕਰਨਾ ਹੈ। ਭਰਿਓ ਮੇਰੀ ਡਿਊਟੀ ਲੱਗੀ ਕਿ ਕਦੇ ਇੱਥੇ ਪ੍ਰਿਥੀ ਚੰਦ ਨੇ ਕਬਜ਼ਾ ਕੀਤਾ ਤੇ ਭਾਈ ਗੁਰਦਾਸ ਤੇ ਬਾਬਾ ਬੁੱਢਾ ਜੀ ਨੇ ਪਿਪਲੀ ਸਾਹਿਬ ਜਾ ਕੇ ਆਖਿਆ, ਗੁਰਸਿੱਖੋ ਸਰੋਵਰ ਨੂੰ ਛੱਡ ਕੇ ਤੇ ਛਪਣਾ ਤੇ ਨਾ ਜਾਓ। ਮੈਂ ਇਹ ਮਾੜੀ ਜੀ ਗੱਲ ਨੁਕਤਾ ਤਾਂ ਕਿਹਾ, ਇਹਨਾਂ ਨਕਲੀ ਛਪੜੀਆਂ ਦੇ ਅਸਲੀ ਸਮੁੰਦਰ 'ਚ ਫਰਕ ਕੀ ਹੈ? ਜਿਹੜਾ ਸਮੁੰਦਰ ਹੈ ਨਾ, ਗੁਰੂ ਗੋਬਿੰਦ ਸਿੰਘ 5 ਸਿੰਘਾਂ ਨੇ ਆਖਿਆ, ਪਾਤਸ਼ਾਹ ਇੱਕ ਬੇਨਤੀ, ਕਹਿੰਦੇ ਗੁਰਮੁਖ ਦੱਸੋ। ਸਾਡੀ ਬੇਨਤੀ ਵੀ ਚਮਕੌਰ ਦੀ ਗੜੀ 'ਚੋਂ ਨਿਕਲ ਜਾਓ ਤੇ ਸਿੰਘੋ ਤੁਸੀਂ ਮੇਰੇ ਤੇ ਜਾਨਾਂ ਕੁਰਬਾਨ ਕਰੋ ਤੇ ਮੈਂ ਤੁਹਾਨੂੰ ਛੱਡ ਕੇ ਨਿਕਲ ਜਾਵਾਂ। ਹੱਥ ਜੋੜ ਕੇ ਬੇਨਤੀ ਕੀਤੀ ਭਾਈ ਮਾਨ ਸਿੰਘ ਨੇ, ਭਾਈ ਧਰਮ ਸਿੰਘ ਨੇ। ਸਾਡਾ ਹਾੜਾ, ਸਾਡੀ ਲੋੜ ਇਹਦੇ ਵਿੱਚ ਹੈ। ਤੂੰ ਸਾਡੇ ਵਰਗੇ ਕਰੋੜਾਂ ਬਣਾ ਸਕਦਾ, ਪਰ ਅਸੀਂ ਕਰੋੜਾਂ ਵੀ ਇਕੱਠੇ ਹੋਏ ਸਾਥੋਂ ਗੁਰੂ ਗੋਬਿੰਦ ਸਿੰਘ ਨਹੀਂ ਬਣਨਾ। ਤੂੰ ਸਾਡੇ ਵਰਗੇ ਕਰੋੜਾਂ ਬਣਾ ਸਕਦਾ ਹੈ, ਪਰ ਅਸੀਂ ਕਰੋੜਾਂ ਵੀ ਇਕੱਠੇ ਹੋ ਜਾਈਏ ਸਾਥੋਂ ਗੁਰੂ ਗੋਬਿੰਦ ਸਿੰਘ ਨਹੀਂ ਬਣਨਾ। ਸਾਡੀ ਬੇਨਤੀ ਮੰਨ, ਚਮਕੌਰ ਦੀ ਗੜੀ 'ਚੋਂ ਬਾਹਰ ਹੋ ਜਾ। ਤੁਹਾਡੇ 'ਚੋਂ ਕਈਆਂ ਨੇ ਕਹਿਣਾ ਵੀ ਉਹਨੂੰ ਬੋਲਣ ਦੀ ਅਕਲ ਨਹੀਂ ਸੀ, ਉਹਨਾਂ ਕਿਉਂ ਨਹੀਂ ਕਿਹਾ ਵੀ ਤੁਸੀਂ ਚਲੇ ਜਾਓ? ਨਹੀਂ ਨਹੀਂ, ਹੋ ਜਾ। ਇਸ ਕਰਕੇ ਆਖਿਆ ਵੀ ਗੁਰੂ ਗੋਬਿੰਦ ਸਿੰਘ ਵਰਗਾ ਕੇਵਲ ਗੁਰੂ ਗੋਬਿੰਦ ਸਿੰਘ ਹੈ। ਕਹਿਣ ਲੱਗੇ, ਸਿੰਘੋ ਤੁਹਾਡੀ ਮੰਨ ਲਈ, ਪਰ ਮੈਂ ਜਕਾਰੇ ਛੱਡ ਕੇ ਜਾਣਾ ਜੇ ਲੋਕੇ ਨਹੀਂ ਜਾਣਾ। ਅੱਜ ਦੇ ਇਹ ਨਕਲੀ ਗੁਰੂ ਜੈਡ ਸੁਰੱਖਿਆ ਲੈ ਕੇ ਬੈਠੇ ਵੀ ਸਾਨੂੰ ਕੋਈ ਮਾਰ ਨਾ ਘੱਤੇ, ਇੰਨੇ ਡਰਾਕਣ ਨੇ, ਇੰਨਾ ਮੌਤ ਦਾ ਡਰ ਹੈ, ਇੰਨੀ ਸੁਰੱਖਿਆ। ਪਰ ਭੁੱਲੀਆਂ ਨੇ ਅੰਤ ਤੋਂ ਮਰਨਾ। ਕਿੱਥੇ ਵੀ ਜਾਈਏ ਗੁਰਮੁਖੋ, ਆਪਾਂ ਜਿੰਨੇ ਸਰੀਰ ਬੈਠੇ ਨਾ ਇੱਥੇ ਦੇਸਾਂ ਪ੍ਰਦੇਸਾਂ 'ਚ, ਕਰਤੇ ਨੇ 3 ਚੀਜ਼ਾਂ ਦਾ ਪ੍ਰਬੰਧ ਕੀਤਾ, ਦੇਸ਼, ਕਾਲ, ਵਸਤੂ। ਜਿਹੜੀ ਥਾਂ ਤੇ ਮੌਤ ਹੋਣੀ ਹੈ, ਜਿਹੜੇ ਸਮੇਂ ਤੇ ਹੋਣੀ ਹੈ, ਜਿਹੜੀ ਵਸਤੂ ਨਾਲ ਹੋਣੀ ਹੈ, ਜਦੋਂ ਤਿੰਨੇ ਦੀਆਂ ਤਿੰਨੇ ਚੀਜ਼ਾਂ ਇਕੱਠੀਆਂ ਹੋਣਗੀਆਂ, ਸਾਨੂੰ ਕਿਸੇ ਬਚਾਉਣਾ ਨਹੀਂ ਜੇ, ਸਾਨੂੰ ਕਿਸੇ ਨਹੀਂ ਬਚਾਉਣਾ। ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ, ਉਹ ਨਕੰਮਿਆ ਭੋਲਿਆ, ਇਹ ਬਗਲਾ ਬਣ ਕੇ ਇਹਨਾਂ ਛਪੜੀਆਂ ਵਿੱਚ ਚੁੱਭੀਆਂ ਨਾ ਮਾਰ। ਕੀਚੜ ਡੂਬੈ ਮੈਲ ਨਾ ਜਾਏ। ਇਹਨਾਂ ਛਪੜੀਆਂ ਵਿੱਚ ਚਿੱਕੜ ਹੈ ਤੇ ਇਹਦੇ ਵਿੱਚ ਗੋਤੇ ਲਾਉਣ ਦੇ ਨਾਲ ਤੇਰੀ ਮੈਲ ਨਹੀਂ ਲੈਣੀ। ਮੈਲ ਕਿੱਥੋਂ ਲਵੇਗੀ? ਰਹਾਓ ਰਖ ਰਖ ਚਰਨ ਧਰੇ ਵਿਚਾਰੀ। ਜਿਹੜੇ ਵਿਚਾਰਵਾਨ ਗੁਰਮੁਖ ਪਿਆਰੇ ਨੇ ਉਹ ਸੋਰ ਸੋਰ ਕੇ ਸੰਭਲ ਸੰਭਲ ਕੇ ਪੈਰ ਰੱਖਦੇ ਹਨ। ਦੁਬਿਧਾ ਛੋੜ ਭਏ ਨਿਰੰਕਾਰੀ। ਨਿਰੰਕਾਰ ਦਾ ਭਾਵ ਹੁੰਦਾ ਆਕਾਰ ਤੋਂ ਰਹਿਤ ਪ੍ਰਮਾਤਮਾ, ਜਿਹਦੀ ਵਿਆਖਿਆ ਆਪਾਂ ਜਾਪ ਸਾਹਿਬ ਦੀ ਪਹਿਲੇ
पौड़ी च पढ़ते हैं, श्लोक च पढ़ते हैं, चक्कर चेन अर वर्ण जात अर पात न हिंजे, रूप रंग अर रेख भेख को कह न सकत कि इन निरंकार दे अर्थ ने। रागन रूपन रंग केश जो गुण ते प्रभ भिन्न, तिसे बुझाए नानका जिस होवे सो प्रसन्न। निरंकार तो भाव आकार तो रहत, दुबदा छोड़ भै निरंकारी, दिचिता पुणा छड़ के ਉਹ ਕੇਵਲ ਤੇ ਕੇਵਲ ਇੱਕ ਪਰਮਾਤਮਾ ਦੇ ਹੋ ਗਏ ਹਨ। ਮੁਕਤ ਪਦਾਰਥ ਹਰ ਰਸ ਚਾਖੇ। ਇਸ ਪ੍ਰਕਾਰ ਗੁਰਮੁਖੋ ਚਾਰ ਤਰ੍ਹਾਂ ਦੇ ਪਦਾਰਥਾਂ ਪਾਮ ਕਰਕੇ ਪੜ੍ਹਦੇ ਹਾਂ, ਧਰਮ ਅਰਥ ਕਾਮ ਤੇ ਮੋਖ। ਕੁਝ ਅਧਿਆਤਮਿਕ ਪੁਰਸ਼ਾਂ ਨੇ ਇਹਦੇ ਚਾਰ ਪਦਾਰਥਾਂ ਦਾ ਇਹ ਵੀ ਅਰਥ ਕੀਤਾ ਹੈ, ਮੁਕਤ ਪਦਾਰਥ, ਨਾਮ ਪਦਾਰਥ, ਪ੍ਰੇਮ ਪਦਾਰਥ ਤੇ ਗਿਆਨ ਪਦਾਰਥ। इस प्रकार मुक्त पदार्थ का भावन का पकड़ तो रहत। मुक्त का भावन का जिमें बाणी पंक्ति आती बाबे नामदेव की शायद, मुगे होए जो मुक्त देओगे मुक्त न जाने कोयला। हे मेरे वाहगुरू, जिहड़ी मरियां तो बाद मुक्ति मिलनी है तो लोगों को की पता भी मुक्त होया कि नहीं। जे देनी तो जिउंदियां दे, जिउंदियां। इहदी साडे इतिहास विच एक उदाहरण है, भाई गढ़िया जी होए ने, सतगुरु पातशाह के सेवक, पंजवें तो छेवें पातशाह महाराज के कोलों उन्होंने रहमत प्राप्त की थी। वो कश्मीर के इलाके दे विच प्रचार करन गए, जिहड़ा पाकिस्तान में गुजरात शहर आ गया ना, उस थां ते उन्होंने महापुरुषों ने जाके पड़ाव किया। एक दौले शाह नाम के उत्थे महापुरुष होए ने, वो बहुत लंबी चौड़ी कथा में टू दी पॉइंट लवां। दौले शाह के कोल ना रात कट्टी ते अगले दिन दौले शाह फकीर उस बाबे कड़ीए नूं विदा करन वास्ते गए ते की वेख्या, सादे जे कपड़े, जो इतिहास भी लिखिया भी उन्हां दी जुत्ती सी वो भी थल्लों ठिब्बी सी, ते जदों वो तुरदे सन ते उन्हां दी ठिब्बी जुट्टी करके उन्हां दी जिहड़ी मिट्टी उड़दी सी उन्हां दे कुचां ते पैंदी। दौले शाह के मन में भी शंका आया भी धन गुरु हरगोबिंद सच्चे पातशाह को मैं सुनिया भी उत्थे कीमती घोड़े चढ़ते, दिशाले चढ़ते ने, ते ये गुरु करदा प्रचार कर चलिया भाई गढ़िया, ते इनू जुत्ती लैके नवीं दित्ती। ये किहो जे कपड़े ने। माफ करना, आपां अज भी धर्म की दुनिया नूं माया नाल तोलदे हां, धर्म की दुनिया नूं माया नाल। मैं ला के नहीं गल कर लगा, कॉमन कहन लगा है, जिहड़ा ज्ञानी ते रागी ठोक के पैसे मंगदा ना, इन लवांगे आपां कहंदे वड्डा ज्ञानी ने कथा करनी, उन्होंने भरे दीवान विच कथा टाइम देंगे, भरे दीवान च क्योंकि उन्होंने ठोक के पैसे मंगे ने ना। ते जे वो कथा करन आया तो बह गया बस में, कहंदे उन्होंने बाद च देवांगे। ते जे ओह बंदे नाल 5 बाडीगार्ड ते कहंदे भरे दीवान में, दसो कथा बाडीगार्डां करनी कि बंदे ने करनी है। मैं नुकताचीनी नहीं कर रहा, मेरे कहण तो भाव कि आप धर्म की दुनिया में ही माया का पमाना वरते हैं। धर्म दे विच माया नूं पमाना ना बनाइए। उत्थे ज्ञानी संतोख सिंह ने लिखिया, महापुरुषनीय संप्रदाय सारे भाई गढ़िया की साखी लिखी है। जदों दौले शाह के अंदर फुरना आया ना, तो जिहड़ा उहदी जुत्ती नाल उड़ उड़ के मिट्टी उहदे गिट्टियां ते पैंदी सी ना, कहन लगे दौले शाह निगाह मार मेरे गुरु दियां वडियाइयां। और रेत दे किणके दौले शाह नूं मोती प्रतीत होए, ते जिहड़े रेत दे टिब्बे सन वो दौले शाह नूं इउं जा पिया भी जिवें रेतां मोतियां दे टिब्बे हुंदे ने। कहन लगे मेरे गुरु की कृपा, ये मोती ते हीरे मेरी जुत्ती दे मगर मगर ने। भाव के गुरु के सिख का इन्ना जीवन उच्चा है, मुक्तों भावों का पकड़ तो रहत होना। आपां नूं जो प्रारब्ध के मुताबक मिलता ना, जिन्हों कहते जथा लाभ तथा संतुष्टि, जो मिल गया वह शुकराना करना करिए। इस प्रकार मेरे पातशाह कहते मुक्त पदार्थ हर रस चाखे। जिन्हों ने हरि नाम के रस नूं चख लिया ना, वो पदार्थों की पकड़ तो रहत हो गए हैं, वो अपकड़ हो गए हैं। आवन जान रहे गुर राखे। आखिरकार हर गल का कोई रिजल्ट होंदा, नतीजा होंदा है।
ਬਾਅਦ ਹਜ਼ੂਰ ਕਹਿੰਦੇ ਨੇ ਉਹ ਗੁਰਮੁਖ ਪਿਆਰੇ ਜਿਹੜੇ ਪਕੜ ਤੋਂ ਰਹਿਤ ਨੇ, ਜਿਹੜੇ ਦਚਿੱਤੇ ਪੁਣੇ ਤੋਂ ਰਹਿਤ ਨੇ, ਉਹਨਾਂ ਦੀ ਗੁਰੂ ਨੇ ਰੱਖਿਆ ਕੀਤੀ। ਉਹਨਾਂ ਦਾ ਆਉਣ ਜਾਣ ਦਾ ਗੇੜਾ ਮੁੱਕ ਗਿਆ, ਉਹਨਾਂ ਦਾ ਆਉਣ ਜਾਣ ਦਾ ਗੇੜਾ ਮੁੱਕ ਗਿਆ। ਕਿਹਨਾਂ ਦਾ? ਜਿਹੜੇ ਪਕੜ ਤੋਂ ਰਹਿਤ ਹੋ ਗਏ। ਤੇ ਆਪਾਂ ਤਾਂ ਪਦਾਰਥ ਹੀ ਮੰਗੀ ਜਾਂਦੇ ਆ। ਜਿਵੇਂ ਮੇਰੇ ਪਾਤਸ਼ਾਹ ਬਾਬਾ ਮਾਨ ਸਿੰਘ ਨੂੰ ਕਹਿਣ ਲੱਗੇ, ਮਾਨ ਸਿੰਘਾ ਧਿਆਨ ਦਿਆ ਜੇ ਚਾਹੁੰਨਾ ਕਰ ਅਮੀਰ ਦਿਆਂ, ਰਾਜ ਭਾਗ ਤੇ ਤੈਨੂੰ ਜਗੀਰ ਦਿਆਂ। ਬਾਬਾ ਮਾਨ ਸਿੰਘ ਮੁਕਤਸਰ ਸਾਹਿਬ। ਕਲਗੀਧਰ ਬਾਪੂ ਭਾਈ ਮਾਨ ਸਿੰਘ ਨੂੰ ਕਹਿੰਦੇ ਨੇ, ਭਾਈ ਮਾਨ ਸਿਆਂ ਜੇ ਚਾਹੁੰਨਾ ਕਰ ਅਮੀਰ ਦਿਆਂ, ਰਾਜ ਭਾਗ ਤੇ ਤੈਨੂੰ ਜਗੀਰ ਦਿਆਂ। ਕਰ ਕੰਚਨ ਵਾਂਗ ਸਰੀਰ ਦਿਆਂ, ਕੀ ਦਿਲ ਦੀਆਂ ਵਿਉਂਤਾਂ ਲਾਉਣਾ। ਜੇ ਚਾਹੁੰਨਾ ਤੈਨੂੰ ਤੰਦਰੁਸਤ ਕਰ ਦਿਆਂ, ਤੈਨੂੰ ਅਮੀਰ ਬਣਾ ਦਿਆਂ, ਤੈਨੂੰ ਰਾਜ ਭਾਗ ਦੇ ਦਿਆਂ। ਜੇ ਮੰਗਣ ਦੀ ਜਾਚ ਸਿੱਖਣੀ ਤੇ ਬਾਬਾ ਮਾਨ ਸਿੰਘ ਕੋਲੋਂ ਸਿੱਖੋ। ਬਾਬਾ ਮਾਨ ਸਿੰਘ ਕਹਿੰਦਾ, ਮਹਾਰਾਜ ਨਹੀਂ ਰਾਜ ਭਾਗ ਦੀ ਚਾਹ ਦਾਤਾ। ਹੁਣ ਤਾਂ ਗੁਰਮੁਖੋ ਪੱਗ ਬਦਲੀ ਤੇ ਕਦੀ ਉਹ ਰੰਗ ਤੇ ਕਦੀ ਉਹ ਰੰਗ, ਜਿਹੜਾ ਕੁਰਸੀ ਤੇ ਬਹਿ ਗਿਆ ਉਹਦੇ ਮਗਰ ਜੈ ਜੈਕਾਰ। ਹੁਣ ਤਾਂ ਕੋਈ ਰਹੀ ਪਾਰਟੀ ਰਹੀ ਕੋਈ ਨਹੀਂ, ਸੂਲ ਰਿਹਾ ਹੀ ਕੋਈ ਨਹੀਂ। ਤੇ ਗੰਗਾ ਗਏ ਤੇ ਗੰਗਾ ਰਾਮ, ਜਮਨਾ ਗਏ ਤੇ ਜਮਨਾ ਦਾਸ। ਦੋ ਦੋ ਪੱਗਾਂ ਬੱਧੀਆਂ, ਜੇ ਨੀਲੀਆਂ ਦਾ ਜ਼ੋਰ ਤੇ ਨੀਲੀ ਬੰਨ ਲਓ, ਤੇ ਜੇ ਦੂਜਾ ਪਾਸਾ ਤੇ ਕਹਿੰਦੇ ਨੀਲੀ ਨੂੰ ਪ੍ਰੈਸ ਕਰਕੇ ਮੁੜ ਕੇ ਚਿੱਟੀ ਬੰਨ ਲਓ। ਇਹ ਕਸੂਲ ਥੋੜਾ ਹੈ। एक वो मर्द हैं जो बदलते हैं जमाने के साथ साथ, एक वो मर्द हैं जो जमाने को बदल देते हैं। ਜਿਹੜੇ जमाने ਨਾਲ बदल के उन्होंने किसी चेते नहीं जे करना। ਜਿਹੜੇ स्टैंड ਤੇ ਰਹਿ ਉਹਨਾਂ ਨੂੰ ਦੁਨੀਆ ਪੂਜੇਗੀ। ਬਾਬਾ ਮਾਨ ਸਿੰਘ ਨੇ ਆਖਿਆ, ਨਹੀਂ ਰਾਜ ਭਾਗ ਦੀ ਚਾਹ ਦਾਤਾ, ਮੈਨੂੰ ਚਰਨਾਂ ਵਿੱਚ ਟਿਕਾ ਦਾਤਾ। ਮੁਕਤੀ ਦਾ ਬਣੀ ਗਵਾਹ ਦਾਤਾ, ਦਿਲ ਸੱਚ ਦੀ ਤਕੜੀ ਹਾੜ ਦਿਓ। ਜੇ ਮਿਹਰ ਅਸਾਂ ਤੇ ਕਰ ਦਿਓ, ਲਿਖਿਆ ਬਦਾਵਾ ਪਾੜ ਦਿਓ। ਨਾ ਰਾਜ ਦੀ ਇੱਛਾ ਨਾ ਮੁਕਤੀ ਦੀ ਗੱਲ ਹੈ। ਜੇ ਚਾਹੁੰਨਾ ਤੇ ਬਦਾਵੇ ਵਾਲਾ ਕਾਗਜ਼ ਪਾੜ ਦੇ, ਸਾਡਾ ਤੇਰੇ ਤੇ ਦਾਵਾ ਬਣਿਆ ਰਹਿ। ਜਿਹੜਾ ਗੁਰਮੁਖੋ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਦੀਆਂ ਪਰਿਕਰਮਾ ਕਰਦੇ ਨੇ, ਇਹਦਾ ਭਾਵ ਹੁੰਦਾ ਕਿ ਪਾਤਸ਼ਾਹ ਸਾਡਾ ਤੇਰੇ ਤੇ ਦਾਵਾ ਬਣਿਆ ਰਹਿ ਵੀ ਸਾਡਾ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਸਾਡਾ ਗੁਰੂ ਹੈ, ਅਸੀਂ ਇਹਦੇ ਸਿੱਖ ਹਾਂ। ਇਹ ਆਪਾਂ ਪਰਿਕਰਮਾ ਕਰਨ ਦਾ ਭਾਵ ਹੁੰਦਾ ਅਸੀਂ ਗੁਰੂ ਤੇ ਦਾਵਾ ਕਰਦੇ ਵੀ ਇਹ ਮੇਰਾ ਗੁਰੂ ਹੈ ਤੇ ਮੈਂ ਇਹਦਾ ਸਿੱਖ ਹਾਂ। ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਨੇ, ਭਾਈ ਉਹ ਮਨੁੱਖ ਜਿਨ੍ਹਾਂ ਦੀ ਇਹ ਅਵਸਥਾ ਹੈ, ਜਿਨ੍ਹਾਂ ਦੀ ਗੁਰੂ ਰੱਖਿਆ ਕਰਦਾ ਨਾ, ਉਹ ਆਉਣ ਜਾਣ ਦੇ ਗੇੜੇ ਤੋਂ ਮੁਕਤ ਹੋ ਜਾਂਦੇ ਹਨ। ਸਰਵਰ ਹੰਸਾ ਛੋੜ ਨਾ ਜਾਏ। ਜਿਹੜਾ ਹੰਸ ਹੈ ਉਹ ਸਰੋਵਰ ਨੂੰ ਛੱਡ ਕੇ ਨਹੀਂ ਜਾਂਦਾ। ਇਸੇ ਪ੍ਰਕਾਰ ਗੁਰੂ ਕਾ ਸਿੱਖ ਕਮਾਉਣ ਵਾਲਾ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਸਰੋਵਰ ਨੂੰ ਛੱਡ ਕੇ ਬੰਦਿਆਂ ਦੇ ਗੋਡਿਆਂ ਤੇ ਗਿੱਟਿਆਂ ਨੂੰ ਨਹੀਂ ਚੰਬੜਦਾ। ਬੜਾ ਵੱਡਾ ਦੁਖਾਂਤ ਆ ਰਿਹਾ ਵੀ ਕੋਈ ਬੰਦਾ ਮਿਲਦਾ ਉਹਦੇ ਫੱਟ ਗੋਡਿਆਂ ਨੂੰ ਪੈ ਜਾਣਗੇ। ਗਿਆਨੀ ਜੀ ਕਿਰਪਾ ਕਰੋ, ਬਾਬਾ ਜੀ ਕਿਰਪਾ ਕਰੋ। ਯਾਦ ਰੱਖਿਆ ਜੇ ਆਪਾਂ ਸਿੱਖਾਂ ਗੁਰਬਾਣੀ ਪੜ੍ਹਦੇ ਹਾਂ, ਕਿਤੇ ਬਾਬਾ ਪ੍ਰਸਾਦ ਲਿਖਿਆ ਵਿਖਾ ਦਿਓ, ਕਿਤੇ ਗਿਆਨੀ ਪ੍ਰਸਾਦ ਲਿਖਿਆ ਵਿਖਾ ਦਿਓ। ਗੁਰਬਾਣੀ 'ਚ ਕੇਵਲ ਤੇ ਕੇਵਲ ਇਹੋ ਲਿਖਿਆ, ਏਕ ਓਂਕਾਰ ਸਤਿਗੁਰ ਪ੍ਰਸਾਦ। ਇੱਕ ਵਾਹਿਗੁਰੂ ਤੇ ਗੁਰਮੁਖਾ ਸੱਚੇ ਗੁਰੂ ਦੀ ਕਿਰਪਾ ਦਾ ਪਾਤਰ ਬਣ। ਤੇ ਸੱਚਾ ਗੁਰੂ ਕੌਣ ਹੈ? ਗੁਰੂ ਗ੍ਰੰਥ ਸੱਚੇ ਪਾਤਸ਼ਾਹ, ਜਿਹੜਾ ਸੀ, ਜਿਹੜਾ ਹੈ, ਜਿਹੜਾ ਹੋਵੇਗਾ। ਆਪਾਂ ਤਾਂ ਜਿੰਨੇ ਬੈਠੇ ਨਾ, ਪਤਾ ਨਹੀਂ ਆਪਾਂ ਕਦੋਂ ਅਡਾਰੀ ਮਾਰ ਜਾਣੀ ਹੈ। ਗੁਰੂ ਗ੍ਰੰਥ ਸੱਚੇ ਪਾਤਸ਼ਾਹ ਇਹੋ ਜਿਹਾ ਗੁਰੂ ਹੈ। ਆ ਦੇਹ ਧਾਰੀਆਂ ਨੂੰ ਮੰਨਣ ਵਾਲਿਓ, ਚਿੱਟੀਆਂ ਜਰਾਬਾਂ ਦੇ ਚੇਲਿਓ, ਧਿਆਨ ਦੇ ਕੇ ਸੁਣੋ। ਗੁਰੂ ਗ੍ਰੰਥ ਸੱਚੇ ਪਾਤਸ਼ਾਹ ਕਿਹੋ ਜਿਹਾ, ਨਾ ਇਹ ਮਰੇ ਨਾ ਹੋਵੇ ਸੋਗ, ਦੇਂਦਾ ਰਹਿ ਨਾ ਚੂਕੇ ਭੋਗ। ਗੁਣ ਇਹੋ ਹੋਰ ਨਾ ਹੀ ਕੋਏ, ਨਾ ਕੋਆ ਨਾ ਕੋਏ। ਆਪਣੀਆਂ ਕਦੇ ਬਰਸੀਆਂ, ਕਦੇ ਦੁਸਹਿਰੇ, ਆਹ 10 ਦਿਨ ਹੋ ਗਏ ਨੇ ਫਲਾਣੇ ਦੇ ਭੋਗ ਤੇ ਜਾਣਾ, ਫਲਾਣਾ ਗੁਜ਼ਰ ਗਿਆ। ਇੱਕ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਜੀ ਦਾ ਦੁਸਹਿਰਾ ਨਹੀਂ ਜਿਉਣਾ। ਇਹ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਜੀ ਦਾ ਭੋਗ ਨਹੀਂ ਜੇ ਪੈਣਾ। ਜਿਹਨੇ ਜੰਮਣ ਮਰਨ ਦਾ ਗੇੜਾ ਕੱਟਣਾ, ਇਸ ਗੁਰੂ ਨੂੰ ਛੱਡ ਕੇ ਆਪਾਂ ਨਾ ਭਟਕੀਏ। ਸਰਵਰ ਹੰਸਾ ਛੋੜ ਨਾ ਜਾਏ।
ਗੁਰਸਿੱਖ ਰੂਪੀ ਹੰਸ ਗੁਰੂ ਰੂਪੀ ਸਰੋਵਰ ਨੂੰ ਛੱਡ ਕੇ ਕਿਤੇ ਨਹੀਂ ਜਾਂਦੇ। ਪ੍ਰੇਮ ਭਗਤ ਕਰ ਸਹਿਜ ਸਮਾਏ। ਪ੍ਰੇਮ ਭਗਤੋ ਭਾਵ ਹੁੰਦਾ ਮੈਂ ਧੁਰ ਭਰਾਉਣਾ। ਮੈਂ ਮੱਥਾ ਟੇਕ ਕੇ ਆਇਆ ਤੇ ਆਪਣੇ ਸੁਭਾਅ ਦੇ ਮੁਤਾਬਕ ਨਿਗਾਹ ਮਾਰਦਾ ਗਿਆ ਤੇ ਮੈਂ ਬਰਾਂਡੇ 'ਚ ਵੇਖਿਆ 150 ਰੁਪਏ ਸ਼ਾਇਦ ਕਿਸੇ ਨੇ ਦਿੱਤੇ ਤੇ ਪੱਥਰ ਤੇ ਲਕੀਰਾਂ ਮਾਰੀਆਂ ਨੇ। ਮੈਂ ਭਾਵੇਂ ਰਵਾਂ ਜਾਂ ਨਾ, ਪਰ ਮੇਰੇ ਮਰਨ ਤੋਂ ਬਾਅਦ ਪੱਥਰ ਤੇ ਮੇਰਾ ਫਿਰ ਵੀ ਨਾਂ ਲੈ ਜੇ ਵੀ ਮੇਰਾ ਕਬਜ਼ਾ ਰਹਿ ਵੀ ਮੈਂ 150 ਰੁਪਇਆ ਗੁਰੂ ਰਾਮਦਾਸ ਨੂੰ ਸੇਵਾ ਕੀਤੀ ਹੈ। ਇੰਨੀ ਪਕੜ ਸਾਡੇ ਅੰਦਰ ਵੀ ਪੈਸੇ ਦੇ ਦਿਆਂਗੇ ਪਰ ਪੱਥਰ ਤੇ ਨਾਂ ਲਿਖ ਦਿਓ, ਕਿਉਂਕਿ ਸਾਡਾ ਦਿਲ ਪੱਥਰ ਹੋ ਗਿਆ। ਗੁਰੂ ਕੇ ਸਿੱਖਾ ਤੂੰ ਸਿੱਖ ਹੈ। ਗੁਰਮਤਿ ਕਹਿੰਦੀ ਜਿਸ ਕੀ ਬਸਤ ਤਿਸ ਆਗੇ ਰਾਖੇ, ਪ੍ਰਭ ਕੀ ਆਗਿਆ ਮਾਨੇ ਮਾਥੇ। ਜਿਹਦੀ ਵਸਤ ਉਹਦੇ ਅੱਗੇ ਭੇਟ ਕਰ, ਪਰ ਭੇਟ ਕਰਨੀ ਔਖੀ ਬੜੀ। ਇੱਕ ਬੀਬੀ ਜੀ ਆਏ ਮੇਰੀ ਉਮਰ ਦੇ, ਵਧੇਰੀ ਉਮਰ ਦੇ, ਤੇ ਭਾਈ ਸਾਹਿਬ ਨੂੰ ਕਹਿਣ ਵੀ ਆ 50 ਰੁਪਏ ਨੇ ਤੇ ਟੁੱਟੇ ਦੇ ਦਿੰਦਾ। ਬੀਬੀ ਜੀ ਮੈਂ ਮੁੱਤਲ ਹੋਣਾ, ਮੈਂ ਤੈਨੂੰ 40 ਰੁਪਏ ਫੜਾਏ ਨਾ ਗੋਲਕ ਚੋਂ ਤੇ ਮੈਂ ਮੁੱਤਲ ਹੋ ਜਾਵਾਂਗਾ, ਮੈਂ ਨਹੀਂ ਦੇਣੇ। ਤੇ ਬੀਬੀ ਨੇ ਚੁੱਪ ਕਰਕੇ 50 ਦਾ ਲਪੇਟ ਲਿਆ ਵੀ 40 ਨਾ ਮੇਰੇ ਖਰਚੇ ਜਾਣ, ਦੇਣਾ ਬੜਾ ਔਖਾ ਜੇ। ਅੱਜ ਦੀ ਗੱਲ ਜੇ। ਗੁਰੂ ਸਾਡੇ ਤੇ ਕਿਤੇ ਮਿਹਰ ਕਰੇ। ਮੇਰੇ ਪਾਤਸ਼ਾਹ ਕਹਿੰਦੇ ਨੇ ਪ੍ਰੇਮ ਭਗਤ ਕਰ ਸਹਿਜ ਸਮਾਏ। ਮੈਂ ਤੋਂ ਪਰਾਂ ਹੋ ਕਰਕੇ ਜਿਹੜੀ ਉਹਨਾਂ ਭਗਤੀ ਕੀਤੀ ਨਾ, ਉਹਦੇ ਨਾਲ ਕੀ ਹੋਇਆ, ਮਨ ਅਡੋਲ ਹੋ ਗਿਆ। ਆਪਣਾ ਮਨ ਤਾਂ ਡੋਲਦਾ ਵੀ ਆਪਾਂ ਨਾਲ ਪਾਠ ਕਰੀ ਜਾਣੇ, ਨਾਲੇ ਗਿਣਤੀ ਕਰੀ ਜਾਣੇ। ਇੰਨੇ ਕੁ ਹੋ ਗਏ, ਇੰਨੇ ਕੁ ਹੋ ਗਏ, ਗਿਣਤੀ ਨਾ ਕਰਿਆ ਕਰ। ਯਾਦ ਰੱਖੀ ਲੇਖੇ ਕਦੇ ਨਾ ਛੁੱਟੀਏ, ਖਿਨ ਖਿਨ ਭੂਲਣ ਹਾਰ। ਇਹ ਹੱਥ ਜੋੜ ਕੇ ਆਖਿਆ ਕਰੀਏ ਬਖਸ਼ਣ ਹਾਰ ਬਖਸ਼ ਲੈ ਨਾਨਕ ਪਾਰ ਉਤਾਰ। ਮੈਂ ਤਕਰੀਬਨ ਜਦੋਂ ਵੀ ਮੇਰੀ ਵਾਰੀ ਆਉਂਦੀ ਹੈ ਮੈਂ ਇੱਕੋ ਇੱਕ ਬੇਨਤੀ ਕਰਦਾ, ਗੁਰਮੁਖੋ ਪਾਠਾਂ ਦੀ ਗਿਣਤੀ ਤਾਂ ਕਰ ਲਾਂਗੇ, ਪਾਪਾਂ ਦੀ ਗਿਣਤੀ ਕੌਣ ਕਰੇਗਾ। ਆਪਣੇ ਪਾਪ ਵੱਧ ਜਾਣੇ ਨੇ, ਪਾਠ ਘਟ ਜਾਣੇ ਨੇ। ਇਸ ਕਰਕੇ ਗੁਰੂ ਨੂੰ ਇੱਕੋ ਘਾੜਾ ਕੱਢੀਏ ਵੀ ਪਾਤਸ਼ਾਹ ਹਮ ਅਪਰਾਧੀ ਸਦ ਭੂਲਤੇ ਤੁਮ ਬਖਸ਼ਣ ਆ ਰਹੇ। ਅਸੀਂ ਪੈਰ ਪੈਰ ਤੇ ਗਲਤੀਆਂ ਕਰਦੇ ਤੇ ਮੇਰੇ ਮਾਲਕਾ ਸਾਨੂੰ ਮੁਆਫ ਕਰ ਦੇ, ਸਾਨੂੰ ਬਖਸ਼ ਦੇ। ਇਸ ਪ੍ਰਕਾਰ ਉਹ ਗੁਰਮੁਖ ਪਿਆਰੇ ਜਿਨ੍ਹਾਂ ਮੈਂ ਤੋਂ ਪਰਾਂ ਹੋ ਕੇ ਪ੍ਰਮਾਤਮਾ ਦਾ ਭੈ ਰੱਖਿਆ, ਮਨ ਅਡੋਲ ਹੋ ਗਿਆ। ਸਰਵਰ ਮਹਿ ਹੰਸ, ਹੰਸ ਮਹਿ ਸਾਗਰ। ਇਹ ਆਪਾਂ ਉਲਝ ਜਾਵਾਂਗੇ ਵੀ ਸਰੋਵਰ ਚ ਹੰਸਦਾ ਹੋ ਗਿਆ ਤੇ ਹੰਸ ਵਿੱਚ ਸਮੁੰਦਰ ਕਿਵੇਂ ਆ ਗਿਆ। ਇਹ ਤਾਂ ਗੱਲ ਮੰਨ ਲਈ ਨਾ, ਮਨ ਆਪਣੇ ਸ਼ੰਕਾ ਮੰਨਦਾ। ਸਰਵਰ ਮੈਂ ਹੰਸ, ਸਰੋਵਰ ਵਿੱਚ ਹੰਸ, ਲੇਕਿਨ ਅੱਗੇ ਲਿਖਿਆ ਹੰਸ ਮੈਂ ਸਾਗਰ। ਇਹਦਾ ਭਾਵ ਹੈ ਜਿੱਥੇ ਗੁਰੂ ਉੱਥੇ ਸਿੱਖ ਹੋਣਗੇ ਤੇ ਜਿੱਥੇ ਸਿੱਖ ਉੱਥੇ ਗੁਰੂ ਹੋਏਗਾ। ਸਾਡੇ ਸਿੱਖ ਭਰਾ ਪ੍ਰਦੇਸ਼ਾਂ 'ਚ ਗਏ ਨੇ, ਚੀਨ ਜਾਪਾਨ ਪਤਾ ਨਹੀਂ ਕਿੰਨੇ ਕੁ ਮੁਲਕਾਂ 'ਚ ਗਏ ਨੇ। ਜਿੱਥੇ ਵੀ 4 ਸਿੱਖ ਗਏ ਨੇ ਨਾ, ਉਹ ਕਿਰਾਏ ਦਾ ਮਕਾਨ 'ਚ ਰਹਿੰਦੇ ਨੇ, ਪਰ ਕਹਿੰਦੇ ਵੀ ਆਪਾਂ ਐਤਵਾਰ ਪਰੇਸ਼ਾਨ ਹੁੰਦੇ, ਆਪਾਂ ਨਿੱਕਾ ਜਿਹਾ ਗੁਰਦੁਆਰਾ ਸਾਹਿਬ ਨਾ ਬਣਾ ਲਈਏ। ਆਪਣਾ ਮਕਾਨ ਕੋਈ ਨਹੀਂ ਉਹਨਾਂ ਦਾ। ਲੇਕਿਨ ਜਿਹੜੇ 4 ਸਾਡੇ ਸਿੱਖ ਭਰਾ ਪ੍ਰਦੇਸ਼ ਵਿੱਚ ਗਏ, ਉਹਨਾਂ ਕਹਿੰਦੇ ਨੇ ਵੀ ਆਪਾਂ ਆਪਣਾ ਮਕਾਨ ਫਿਰ ਬਣਾ ਲਾਂਗੇ, ਪਹਿਲਾਂ ਨਿੱਕਾ ਜਿਹਾ ਗੁਰਦੁਆਰਾ ਬਣਾਏ, ਕਿਉਂਕਿ ਸਿੱਖ ਗੁਰੂ ਤੋਂ ਬਿਨਾਂ ਰਹਿ ਹੀ ਨਹੀਂ ਸਕਦਾ। ਸਾਡੇ ਜੀਵਨ ਦਾ ਆਧਾਰ ਗੁਰੂ ਹੈ। ਇਸ ਕਰਕੇ ਜਿੱਥੇ ਗੁਰੂ ਹੈ ਉੱਥੇ ਸਿੱਖ ਨੇ, ਜਿੱਥੇ ਸਿੱਖ ਹੈ ਉੱਥੇ ਗੁਰੂ ਦੀ ਰਹਿਮਤ ਵਰਤੀ ਹੈ। ਅਕਥ ਕਥਾ ਗੁਰ ਬਚਨੀ ਆਦਰ। ਜਿਹੜੀ ਗੁਰੂ ਦੀ ਕਥਾ ਗੁਰਮੁਖੋ ਇਹ ਮੁੱਕਣ ਵਾਲੀ ਨਹੀਂ, ਇਹਨੂੰ ਅੱਖਰਾਂ 'ਚ ਬਿਆਨ ਨਹੀਂ ਕੀਤਾ ਜਾ ਸਕਦਾ। ਤੂੰ ਇਉਂ ਕਰ, ਗੁਰੂ ਦੇ ਦਰ ਤੇ ਆ ਤੇ ਗੁਰੂ ਦੇ ਬਚਨਾਂ ਨੂੰ ਸਤਿਕਾਰ ਦੇ, ਗੱਲ ਬਣ ਜਾਏਗੀ। ਕੀ ਹੋਵੇਗਾ? ਸੁਨ ਮੰਡਲ ਇੱਕ ਜੋਗੀ ਬੈਸੇ। ਇਸ ਲੈਣ ਤੇ ਤਲਦਿਆਂ ਗੁਰਮੁਖੋ ਸੁਨ ਮੰਡਲ ਦਾ ਭਾਵ ਹੁੰਦਾ ਅਫੁਰ ਅਵਸਥਾ। ਜਿਹੜਾ ਫੁਰਨਾ ਨਾ ਏਡੇ ਚੰਦਰਾ ਹੈ ਤੇ ਤੁਸੀਂ ਕਿਤੇ ਪਾਠ ਕਰਨ ਲੱਗੋ ਤੇ ਗੁਰਮੁਖੋ ਆਪਾਂ ਪਾਠ ਘੱਟ ਕਰਦੇ ਤੇ ਫੁਰਨੇ ਵੱਧ ਆਉਂਦੇ ਹਨ। ਇਹ ਸਾਡੀ ਸਾਰਿਆਂ ਦੀ ਅੰਦਰ ਦੀ ਅਵਸਥਾ ਹੈ, ਵੱਖਰੀ ਗੱਲ ਕੋਈ ਮੰਨੇ ਜਾਂ ਨਾ ਮੰਨੇ। ਜਦੋਂ ਹਜ਼ੂਰ ਕਹਿੰਦੇ ਨੇ ਵੀ ਇਹਨਾਂ ਨਿਯਮਾਂ ਦੇ ਮੁਤਾਬਕ ਚੱਲਦਾ ਨਾ ਬੰਦਾ, ਮੈਂ ਤੋਂ ਪਰਾਂ ਹੋ ਕੇ ਭਗਤੀ ਕਰਦਾ ਹੈ, ਤੇ ਉਹ ਮਨੁੱਖ ਸੁੰਨ ਅਵਸਥਾ ਨੂੰ ਪਹੁੰਚ। ਸੁੰਨ ਤੋਂ ਭਾਵ ਉਹਨਾਂ ਦੇ ਅੰਦਰ ਕੋਈ ਫੁਰਨਾ ਨਹੀਂ ਆਉਂਦਾ। ਜਿਹੜੇ ਜੁੜੇ ਨੇ ਨਾ ਉਹ ਮੁੜ ਕੇ ਫੁਰਨਿਆਂ ਤੋਂ ਰਹਿਤ ਹੋ ਜਾਂਦੇ ਨੇ। ਤੇ ਉਹਨਾਂ ਦੀ ਕਿੰਨੀ ਉੱਚੀ ਅਵਸਥਾ। ਨਾਰ ਨ ਪੁਰਖ ਕਹੋ ਕਉ ਕੈਸੇ। ਉਹਨਾਂ ਨੂੰ ਫਿਰ ਇਹ ਨਹੀਂ ਪਤਾ ਚੱਲਦਾ ਵੀ ਇਹ ਬੀਬੀ ਲੰਗੀ ਹੈ ਜਾਂ ਕੋਈ ਵੀਰ ਲੰਘਿਆ। ਇਹਦੀ ਗੁਰਮੁਖ ਮੈਂ ਆਪਣੇ ਚਾਚੇ ਕੋਲੋਂ ਬੜੀ ਸੁੰਦਰ ਵਿਆਖਿਆ ਪੜ੍ਹੀ।
ਭਾਈ ਗੁਰਦਾਸ ਦੀਆਂ ਵਾਰਾਂ ਦੇ ਵਿੱਚ ਇੱਕ ਪੌੜੀ ਆਉਂਦੀ ਹੈ, ਰਾਂਝਾ ਹੀਰ ਵਖਾਣੀਓ ਪਿਰਮ ਪਰਾਤੀ, ਸੋਹਣੀ ਮਹੀਂਵਾਲ ਨੂੰ ਨਾ ਤਰਦੀ ਮਰਾਤੀ। ਇਹ ਮੈਂ ਪੜ੍ਹ ਕੇ ਤੇ ਸੰਤ ਬਾਬਾ ਕਰਤਾਰ ਸਿੰਘ ਨੂੰ ਬੇਨਤੀ ਕੀਤੀ, ਮਹਾਂਪੁਰਸ਼ੋ ਪੌੜੀ ਮੈਨੂੰ ਬੜੀ ਹੋਰ ਤਰ੍ਹਾਂ ਦੀ ਲੱਗਦੀ ਵੀ ਭਾਈ ਸਾਹਿਬ ਨੇ ਆ ਕੀ ਲਿਖ ਦਿੱਤਾ ਹੈ। ਮੈਨੂੰ ਕਹਿੰਦੇ ਪੁੱਤਰਾ, ਮਹਾਂਪੁਰਸ਼ਾਂ ਦੀ ਹਰ ਗੱਲ ਵਿੱਚ ਕੋਈ ਰਾਜ ਹੁੰਦਾ, ਪਰ ਤੈਨੂੰ ਅਜੇ ਸਮਝ ਨਹੀਂ, ਹੌਲੀ ਹੌਲੀ ਗੁਰੂ ਕਿਰਪਾ ਕਰੇਗਾ। ਮੈਂ ਕਿਹਾ ਸਮਝਾਓ। ਉਹਨਾਂ ਬੜੀ ਸੁੰਦਰ ਵਿਆਖਿਆ ਪੜ੍ਹਾਈ। ਕਹਿਣ ਲੱਗੇ ਜਿਹੜੀ ਬੀਬੀ ਹੀਰ ਸੀ ਨਾ, ਇਹ ਆਪਣੇ ਪਿਆਰੇ ਵਾਸਤੇ ਰੋਟੀ ਲੈ ਕੇ ਜਾ ਰਹੀ ਸੀ। ਇੱਕ ਬਜ਼ੁਰਗ ਨਮਾਜ਼ ਪੜ੍ਹਦਾ ਸੀ। ਮੁਸਲਮਾਨ ਭਰਾਵਾਂ ਵਿੱਚ ਬਹੁਤ ਚੰਗਾ ਪੱਖ ਹੈ ਵੀ ਉਹ ਨਮਾਜ਼ ਪੜ੍ਹਦਿਆਂ ਗੱਲਾਂ ਨਹੀਂ ਕਰਦੇ। ਆਪਾਂ ਤਾਂ ਬਾਣੀ ਪੜ੍ਹਦਿਆਂ ਗੱਲਾਂ ਵੀ ਕਰੀ ਜਾਂਦੇ ਨਾ। ਇੱਕ ਉਹਨਾਂ ਦੇ ਨਮਾਜ਼ ਪੜ੍ਹਦਿਆਂ ਅੱਗੋਂ ਦੀ ਲੰਘਦੇ ਤੇ ਕਹਿੰਦੇ ਸਾਡੀ ਨਮਾਜ਼ ਕਜਾ ਹੋ ਗਈ, ਆਪਾਂ ਤਾਂ ਬਾਪੂ ਦਾ ਭੋਗ ਪਾਉਣਾ, ਤੇ ਭਾਵੇਂ ਪਾਣੀ ਤੋਂ ਧਿਆ ਮਰੇ, ਤੇ ਆਪਾਂ ਫੋਟੋ ਲਾ ਕੇ ਲੈਂਦੇ ਨੇ ਸੁਰਗਵਾਸੀ ਫਲਾਣਾ ਸਿੰਘ, ਤੇ ਕਹਿੰਦੇ ਵੀ ਪਕੌੜੇ ਤਾਂ ਮਿਲਣਗੇ, ਪਹਿਲਾਂ ਬਾਪੂ ਨੂੰ ਮੱਥਾ ਟੇਕੋ। ਹੁਣ ਨਵਾਂ ਕੰਮ ਚੱਲਿਆ ਜੀ, ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਦੇ ਕੇ ਫੋਟੋਆਂ ਰੱਖਣ ਲੱਗ ਪਏ ਨੇ। ਗੁਰੂ ਕੇ ਸਿੱਖੋ, ਆਪਾਂ ਫੋਟੋਆਂ ਦੇ ਸਿੱਖ ਨਹੀਂ, ਆਪਾਂ ਸ਼ਬਦ ਦੇ ਸਿੱਖ ਹਾਂ, ਆਪਾਂ ਗੁਰੂ ਦੇ ਸਿੱਖ ਹਾਂ। ਮੁੱਕਦੀ ਗੱਲ ਪਿਓ ਬਜ਼ੁਰਗ ਨਮਾਜ਼ ਪੜ੍ਹਨ ਲੱਗਾ, ਜਦੋਂ ਬੀਬੀ ਲੰਘੀ ਤੇ ਉਹਨੇ ਚਪੇੜ ਮਾਰ ਦਿੱਤੀ, ਉਹਨੂੰ ਗੁੱਸੇ 'ਚ ਆ ਗਿਆ, ਚਲੀ ਗਈ। ਨਮਾਜ਼ ਪੂਰੀ ਹੋਣ ਤੋਂ ਬਾਅਦ ਬਜ਼ੁਰਗਾਂ ਦਾ ਗੁੱਸਾ ਠੰਡਾ ਹੋਇਆ, ਤੇ ਜਦੋਂ ਬੀਬੀ ਹੀਰ ਮੁੜੀ ਨਾ, ਤੇ ਕਹਿਣ ਲੱਗੇ ਧੀਏ, ਮੈਂ ਵਡੇਰੀ ਉਮਰ ਹੋਣ ਕਰਕੇ ਮੇਰਾ ਕ੍ਰੋਧ ਮੇਰੇ ਤੇ ਹਾਵੀ ਹੋ ਗਿਆ, ਤੇ ਮੈਂ ਤੇਥੋਂ ਮੁਆਫੀ ਮੰਗਦਾ, ਮੈਂ ਤੈਨੂੰ ਚਪੇੜ ਮਾਰ ਦਿੱਤੀ। ਹੀਰ ਰੋ ਪਈ। ਉਹ ਬਜ਼ੁਰਗ ਕਹਿੰਦਾ ਵੀ ਧੀਏ ਮੈਂ ਚਪੇੜ ਮਾਰੀ, ਉਦੋਂ ਤੋਂ ਰੋਈ ਨਹੀਂ, ਤੇ ਹੁਣ ਰੋਣ ਲੱਗ ਪਈ ਹੈ। ਕਹਿੰਦੀ ਤਾਇਆ ਤੇਰੀ ਅਵਸਥਾ ਤੇ ਕਿਉਂ, ਤੂੰ ਨਮਾਜ਼ ਪੜ੍ਹਨਾ ਕਿ ਬੰਦਿਆਂ ਤੇ ਬੀਬੀਆਂ ਦੀ ਗਿਣਤੀ ਕਰਦਾ ਹੈ। ਮੁਆਫ ਕਰਿਆ ਜੀ, ਆਪਾਂ ਮੈਂ ਬਹੁਤ ਮੇਰਾ ਇਸ ਗੱਲ ਤੇ ਜ਼ਿਕਰ ਦੇਣਾ ਕਰਦਾ। ਆਪਾਂ ਗੁਰਦੁਆਰੇ ਨੇ ਫਲਾਣੇ ਦੀ ਪੱਗ ਦਾ ਰੰਗ ਮੈਲਾ, ਫਲਾਣੇ ਦਾ ਦੁਪੱਟਾ ਮੈਲਾ। ਜਦੋਂ ਗੁਰਦੁਆਰੇ ਆਉਂਦੇ ਕੇਵਲ ਤੇ ਕੇਵਲ ਸਾਨੂੰ ਗੁਰੂ ਦੱਸੇ, ਕੌਣ ਲੰਘ ਗਿਆ, ਕੌਣ ਆਇਆ ਤੇ ਕੌਣ ਗਿਆ। ਸਾਨੂੰ ਇਸ ਅਵਸਥਾ ਤੋਂ ਪਾਸੇ ਹੋ ਗਏ ਤੇ ਗੱਲ ਬਣ ਜਾਏਗੀ। ਮੇਰੇ ਪਾਤਸ਼ਾਹ ਨੇ ਲਿਖਿਆ, ਸੁਨ ਮੰਡਲ ਇੱਕ ਜੋਗੀ ਵੈਸੇ, ਨਾਰ ਨਾ ਪੁਰਖ ਕਹੋ ਕੋ ਕੈਸੇ। ਕੌਣ ਔਰਤ ਹੈ, ਕੌਣ ਮਰਦ ਹੈ, ਇਸ ਪਾਸੇ ਖਿਆਲ ਹੀ ਨਹੀਂ ਜਾਂਦਾ। ਤ੍ਰਿਭਵਨ ਜੋਤ ਰਹੇ ਲਿਵਲਾਈ। ਜਿਹੜਾ ਤਿੰਨਾਂ ਭਵਨਾਂ ਦਾ ਮਾਲਕ, ਜਿਹੜਾ ਤਿੰਨਾਂ ਭਵਨਾਂ ਪ੍ਰਕਾਸ਼ ਹੈ ਨਾ, ਉਸ ਵਾਹਿਗੁਰੂ ਦੇ ਨਾਲ ਉਹਨਾਂ ਦੀ ਲਿਵ ਲੱਗੀ ਹੈ, ਬਿਰਤੀ ਜੁੜੀ ਹੈ। ਸੁਰ ਨਰ ਨਾਥ ਸੱਚੇ ਸਰਣਾਈ। ਜੇ ਸੱਚੇ ਪ੍ਰਮਾਤਮਾ ਦੀ ਸ਼ਰਨ ਵਿੱਚ ਦੇਵਤੇ ਮਨੁੱਖ ਨੌ ਨਾਥ ਜਿਸ ਵਾਹਿਗੁਰੂ ਦੀ ਸ਼ਰਨ ਵਿੱਚ ਰਹਿੰਦੇ ਹਨ, ਆਨੰਦ ਮੂਲ ਅਨਾਥ ਆਧਾਰੀ। ਪਿਆਰਿਆ ਉਹ ਖੁਸ਼ੀਆਂ ਦਾ ਮੁੱਢ ਹੈ। ਆਨੰਦ ਕਹਿੰਦੇ ਨੇ ਖੁਸ਼ੀ, ਮੂਲ ਤੋਂ ਭਾਵ ਮੁੱਢ। ਅਨਾਥ ਆਧਾਰੀ, ਜਿਨ੍ਹਾਂ ਦਾ ਕੋਈ ਨਹੀਂ, ਉਹਨਾਂ ਦਾ ਉਹ ਵਾਹਿਗੁਰੂ, ਉਹਨਾਂ ਦਾ ਪ੍ਰਮਾਤਮਾ। ਗੁਰਮੁਖ ਭਗਤ ਸਹਿਜ ਵਿਚਾਰੀ। ਗੁਰਮੁਖ ਆਪਣੇ ਮਨ ਨੂੰ ਅਡੋਲ ਕਰਕੇ ਉਸ ਕਰਤੇ ਦੀ ਵਿਚਾਰ ਕਰਿਆ ਕਰ। ਭਗਤ ਵਸ਼ਲ ਪੈ ਕਾਟਨ ਹਾਰੇ। ਜੇ ਸਾਗਰ ਦੀ ਗੱਲ ਕੀਤੀ, ਉਹ ਕਹਿੰਦੇ ਨੇ ਜਿਹੜੇ ਪ੍ਰੇਸ਼ਰ ਦੇ ਪਿਆਰੇ ਨੇ ਨਾ, ਉਹ ਛਲ ਲੈਂਦੇ ਨੇ ਉਹਨੂੰ, ਉਹ ਉਹਨਾਂ ਦੀ ਮਰਨ ਲੈਂਦਾ। ਔਰ ਉਹ ਭਰੀਪੂਰਨ ਪ੍ਰਮਾਤਮਾ ਜਿਹੜੇ ਉਹਦੇ ਪਿਆਰੇ ਨੂੰ ਉਹਨਾਂ ਦਾ ਭੈ ਕੱਢ ਦਿੰਦਾ ਹੈ, ਭੈ ਤੋਂ ਰਹਿਤ ਕਰ ਦਿੰਦਾ ਹੈ। ਜਿਹੜੇ ਪਿਆਰੇ ਨੇ ਉਹ ਉਹਨੂੰ ਛੱਡ ਲੈਂਦੇ, ਜੋ ਕਹਿੰਦੇ ਨੇ ਉਹ ਆਪਣੇ ਪਿਆਰਿਆਂ ਦੀ ਮੰਨਦਾ ਹੈ। ਮੈਂ ਮਾਰ ਮਿਲੇ ਪਗ ਧਾਰੇ। ਕਿੰਨਾਂ ਦੀ ਮੰਨਦਾ, ਜਿਹੜੇ ਗੁਰਮੁਖ ਪਿਆਰੇ ਨੇ ਆਪਣੀ ਮੈਂ ਨੂੰ ਮਾਰ ਲਿਆ, ਜਿਹੜੇ ਉਸ ਗੁਰੂ ਦੇ ਸਿਧਾਂਤ ਦੇ ਮਗਰ ਮਗਰ ਪੈਰ ਪੈਰ ਚੱਲਦੇ ਹਨ। ਅਨੇਕ ਯਤਨ ਕਰ ਕਾਲ ਸੰਤਾਏ। ਯਾਦ ਗੁਰਮੁਖਾ ਅਨੇਕਾਂ ਯਤਨ ਕਰ ਯਾਦ ਰੱਖੀ, ਪਰ ਕਾਲ ਨੇ ਤੇਰਾ ਲਿਹਾਜ਼ ਨਹੀਂ ਕਰਨਾ। ਆਪਾਂ ਤਾਂ ਬੜੇ ਯਤਨ ਕਰਦੇ ਆ ਨਾ ਵੀ ਪੱਕਾ ਗੂੜਾ ਰੰਗ ਦੇ, ਤੇ ਇੱਕ ਵਾਰ ਦਾੜਾ ਰੰਗ ਲਾਂ ਦੇ 3 ਮਹੀਨੇ ਰੰਗ ਨਾ ਲੱਥੇ, ਵੀ ਸ਼ਾਇਦ ਰੱਬ ਨੂੰ ਭੁਲੇਖਾ ਪੈ ਜਾਏਗਾ ਵੀ ਅਜੇ ਬੁੱਢਾ ਨਹੀਂ ਹੋਇਆ। ਆਪਾਂ ਬੜਾ ਕੁਝ ਕਰਦੇ ਹਾਂ, ਪੱਕਾ ਰੰਗ ਲਾਉਣੇ ਪਈ ਸ਼ਾਇਦ ਰੱਬ ਨੂੰ ਭੁਲੇਖਾ ਪੈ ਜਾਏ ਅਜੇ ਗੱਭਰੂ ਹੈ। ਤੇ ਮਿੱਤਰਾ, ਰੱਬ ਨੇ ਨਾ ਚਿੱਟੀ ਵੇਖਣੀ ਨਾ ਕਾਲੀ, ਪਤਾ ਨਹੀਂ ਕਦੋਂ ਆਵਾਜ਼ ਮਾਰ ਕੇ ਲੈ ਜਾਏ। ਬਾਣੀ ਕਹਿੰਦੀ ਹਰੀ ਨਾ ਇਹਨੇ ਹਰੀ ਨਾ ਇਹਨੇ ਡੱਡਰੀ, ਪੱਕੀ ਵੱਢਣ ਹਾਰ। ਇਹ ਮਾਲਕ ਦੀ ਮਰਜ਼ੀ, ਕੱਚੀ ਵੜ ਲੈ ਤੇ ਪੱਕੀ ਵੜ ਲੈ, ਉੱਤੇ ਆਪਣਾ ਜ਼ੋਰ ਨਹੀਂ ਚੱਲਣਾ। ਅਨਕ ਯਤਨ ਕਰ ਕਾਲ ਸੰਤਾਏ। ਅਨੇਕਾਂ ਯਤਨ ਕਰ,
ਨੇਕਾਂ ਉਪਰਾਲੇ ਕਰ ਪੜਾ ਕਾਲ, ਇਹਨੇ ਤੰਗ ਕਰਨਾ ਹੀ ਕਰਨਾ ਹੈ, ਇਹਨੇ ਕਾਬੂ ਕਰ ਹੀ ਲੈਣਾ ਹੈ, ਇਹਨੇ ਪਕੜ ਹੀ ਲੈਣਾ ਹੈ। ਮਰਨ ਲਿਖਾਏ ਮੰਡਲ ਮਹਿ ਆਏ। ਪਾਤਸ਼ਾਹ ਇਹ ਕੀ ਨਵੀਂ ਗੱਲ ਕਹਿ ਦਿੱਤੀ ਜੇ। ਹਜ਼ੂਰ ਕਹਿੰਦੇ ਪਿਆਰਿਆ, ਜਿੱਦਣ ਤੂੰ ਦੁਨੀਆ 'ਚ ਆਇਆ ਸਾਂ ਨਾ, ਉਸੇ ਦਿਨ ਮੌਤ ਦਾ ਆਰੰਭ ਹੋ ਗਿਆ। ਜਿੱਥੇ ਆਪਾਂ ਵਿਚਾਰ ਕਰ ਰਹੇ ਨੇ, ਇੱਥੇ ਮਸਕੀਨ ਸਾਹਿਬ ਆਪਾਂ ਸਾਰੇ ਜਾਣਦੇ, ਕਈ ਸਾਲ ਆਏ। ਇੱਕ ਗੱਲ ਉਹ ਹਰ ਸਾਲ ਕਥਾ ਵਿੱਚ ਕਹਿ ਕੇ ਜਾਂਦੇ ਹੁੰਦੇ ਸਨ। ਹਰ ਸਾਲ ਮੈਨੂੰ ਚੇਤਾ ਹੈ, ਜਦੋਂ ਬੱਚੇ ਦਾ ਜਨਮ ਹੁੰਦਾ ਨਾ ਤੇ ਬੱਚਾ ਰੋਂਦਾ ਹੈ, ਜੇ ਨਹੀਂ ਰੋਂਦਾ ਤੇ ਬੀਬੀਆਂ ਕਹਿੰਦੀਆਂ ਬੱਚਾ ਨੋਰਮਲ ਹੈ। ਮਸਕੀਨ ਸਾਹਿਬ ਨੇ ਗੁਰਬਾਣੀ ਦੀ ਉਸ ਪੰਕਤੀ ਦੇ ਅਰਥ ਕੀਤੇ, ਜੋ ਬਾਣੀ 'ਚ ਲਿਖੀ ਤੇ ਉਹਨਾਂ ਅਰਥ ਕੀਤੇ ਸਨ। ਉਹ ਕਹਿੰਦੇ ਸਨ, ਵਿੱਚੋਂ ਗਰਭੇ ਨਿਕਲ ਆਇਆ, ਖਸਮ ਵਸਾਰ ਦੁਨੀ ਚਿਤ ਲਾਇਆ। ਬੱਚਾ ਜਨਮ ਤੇ ਤਾਂ ਰੋਂਦਾ, ਮਾਂ ਦੇ ਗਰਭ 'ਚ ਰੱਬ ਦਾ ਨਾਂ ਲੈਂਦਾ ਸੀ। ਬਾਹਰ ਜੰਮਦਿਆਂ ਮਾਇਆ ਚੰਬੜ ਗਈ, ਦੁੱਧ ਦਾ ਚੇਤਾ ਆ ਗਿਆ। ਉਹ ਤਾਂ ਉਹ ਸਿਮਰ ਨੂੰ ਰੋਂਦਾ, ਦੁੱਧ ਨੂੰ ਨਹੀਂ ਰੋਂਦਾ ਭੈੜਾ। ਬਾਣੀ ਬਾਬੇ ਦੀ ਪੰਕਤੀ ਹੈ, ਵਿੱਚੋਂ ਗਰਭੇ ਨਿਕਲ ਆਇਆ, ਖਸਮ ਵਸਾਰ ਦੁਨੀ ਚਿਤ ਲਾਇਆ। ਮਾਂ ਦੇ ਗਰਭ 'ਚੋਂ ਬਾਹਰ ਹੋਏ, ਪਰਮਾਤਮਾ ਭੁੱਲ ਗਿਆ, ਦੁਨੀ ਸਾਨੂੰ ਚੰਬੜ ਗਈ। ਜਨਮ ਪਦਾਰਥ ਦੁਬਦਾ ਖੋਵੇ। ਇਸ ਪ੍ਰਕਾਰ ਸਾਰਿਆਂ ਤੋਂ ਕੀਮਤੀ ਪਦਾਰਥ ਮੈਂ ਬੇਨਤੀ ਕੀਤੀ ਸੀ ਹੁਣੇ, 4 ਪਦਾਰਥ ਦੱਸੇ ਨੇ ਮਹਾਂਪੁਰਸ਼ਾਂ ਨੇ। ਪ੍ਰੇਮ ਪਦਾਰਥ, ਨਾਮ ਪਦਾਰਥ, ਮੁਕਤ ਪਦਾਰਥ, ਜਨਮ ਪਦਾਰਥ। ਇਸ ਪ੍ਰਕਾਰ ਦਾ ਕੀਮਤੀ ਇਹ ਜਨਮ ਪਦਾਰਥ ਹੈ ਨਾ, ਇਹ ਚਿੱਤੇ ਪੁਣੇ 'ਚ ਗਵਾ ਲਿਆ ਵੀ ਆਹ ਕੰਮ ਕਰਾਂ ਕਿ ਨਾ ਕਰਾਂ। ਆਪ ਨਾ ਚੀਨਸ ਭ੍ਰਮ ਭ੍ਰਮ ਰੋਵੈ। ਆਪਾਂ ਬਾਕੀ ਤਾਂ ਬੜੀ ਪੜਤਾਲ ਕਰਦੇ ਹਾਂ ਦੂਜਿਆਂ ਦੇ ਬਾਰੇ। ਹਜ਼ੂਰ ਕਹਿੰਦੇ ਗੁਰਮੁਖਾ ਦੂਜਿਆਂ ਦੀ ਪੜਤਾਲ ਨਾ ਕਰ, ਆਪਣੇ ਆਪ ਨੂੰ ਸਮਝ ਤੇ ਵੀ ਤੂੰ ਕਾਹਦੇ ਲਈ ਆਇਆ, ਤੇਰੇ ਅੰਦਰ ਕੀ ਔਗਣ ਹੈ। ਆਪ ਨਾ ਚੀਨਸ ਭ੍ਰਮ ਭ੍ਰਮ ਰੋਵੇ। ਇਹ ਆਪਣੀ ਸਵੈ ਪੜਚੋਲ ਨਹੀਂ ਕਰਦਾ ਤੇ ਇਸ ਕਰਕੇ ਭੁਲੇਖਿਆਂ 'ਚ ਪੈ ਪਰ ਕੇ ਰੋਂਦਾ ਹੈ। ਕਹਿ ਤੋ ਪੜ ਤੋ ਸੁਣ ਤੋ ਏਕ। ਜਿਹੜੇ ਉਹ ਗੁਰਮੁਖ ਪਿਆਰੇ ਸੰਤ ਨੇ, ਦੁਬਦਾ ਛੋੜ ਭੈਣ ਰੰਗਕਾਰੀ, ਉਹ ਕਹਿੰਦੇ ਨੇ, ਪੜ੍ਹਦੇ ਨੇ, ਸੁਣਦੇ ਨੇ ਕਿਹਨੂੰ? ਇੱਕ ਪਰਮਾਤਮਾ ਨੂੰ। ਜਦੋਂ ਦੀਨ ਦੁਨੀਆ ਦੇ ਮਾਲਕ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੂੰ ਸਕੂਲੇ ਪੜ੍ਹਨ ਪਾਇਆ ਨਾ ਮੌਲਵੀ ਦੇ ਕੋਲ, ਤੇ ਉੱਥੇ ਗੁਰਦੇਵ ਨੇ ਮੌਲਵੀ ਕੁਤਬਦੀਨ ਨੂੰ ਆਖਿਆ, ਆਹ ਪੜ੍ਹਿਆ ਕਰ। ਕਹਿੰਦਾ ਜੀ ਕੀ? ਹਜ਼ੂਰ ਨੇ ਸ਼ਬਦ ਉਚਾਰਿਆ ਸੀ, ਯਕ ਅਰਜ ਗੁਫਤਮ ਪੇਖ ਤੂੰ ਦਰ ਗੋਸ਼ ਕੁਨ ਕਰਤਾਰ, ਹੱਕਾ ਕਬੀਰ ਕਰੀਮ ਤੂੰ ਬੇ ਐ ਪਰਵਤਗਾਰ। ਉਹ ਜਿਹੜੇ ਗੁਰਮੁਖ ਨੇ, ਜੇ ਕਹਿੰਦੇ ਤੇ ਇੱਕ ਦੀ ਗੱਲ, ਜੇ ਸੁਣਦੇ ਤੇ ਇੱਕ ਦੀ ਗੱਲ, ਜੇ ਪੜ੍ਹਦੇ ਤੇ ਇੱਕ ਦੀ ਗੱਲ। ਸਮਾਂ ਨਹੀਂ ਕਿ ਮੈਂ ਖਲਾਸੇ ਵਿੱਚ ਜਾਵਾਂ। ਆਪਾਂ ਥੋੜ੍ਹਾ ਜਿਹਾ 40-50 ਸਾਲ ਪਿਛਾਂਹ ਜਾਈਏ। ਆਪਾਂ ਚਿੱਠੀ ਲਿਖਦੇ ਸਾਂ, ਇੱਕ ਓਂਕਾਰ ਸਤਿਗੁਰ ਪ੍ਰਸਾਦ। ਅਸੀਂ ਗੁਰੂ ਨਾਨਕ ਪਾਤਸ਼ਾਹ ਦੀ ਕਿਰਪਾ ਨਾਲ ਇੱਥੇ ਠੀਕ ਠਾਕ, ਤੁਹਾਡੀ ਸੁੱਖ ਵਾਹਿਗੁਰੂ ਕੋਲੋਂ ਭਲੀ ਮਲੋੜਦੇ। ਇਹ ਚਿੱਠੀ ਨਾਲ ਸਾਡਾ ਢੰਗ ਹੁੰਦਾ ਸੀ। ਹੁਣ ਸਾਡੇ ਕੋਲ ਇੱਕ ਓਂਕਾਰ ਵੀ ਆਪਾਂ ਭੁਲਾ ਦਿੱਤਾ, ਗੁਰੂ ਨਾਨਕ ਦੀ ਕਿਰਪਾ ਵੀ ਭੁਲਾ ਦਿੱਤੀ, ਤੇ ਸਾਡੇ ਕੋਲ ਰਹਿ ਗਿਆ ਹਾਏ ਹਾਏ ਤੇ ਬਾਬਾ। ਆਪਾਂ ਤਾਂ ਪਰੇਸ਼ਾਨ ਜੇ। ਮੈਂ ਹਸਾਉਣ ਲਈ ਨਹੀਂ ਕਹਿ ਰਿਹਾ, ਸਾਡੇ ਕੋਲ ਹਾਏ ਹਾਏ ਤੇ ਬਾਏ ਬਾਏ ਰਹਿ ਗਿਆ। ਸਾਨੂੰ ਇੱਕ ਓਂਕਾਰ ਵੀ ਭੁੱਲ ਗਿਆ ਤੇ ਸਾਨੂੰ ਗੁਰੂ ਨਾਨਕ ਵੀ ਭੁੱਲ ਗਿਆ। ਸਾਡੇ ਤੇ ਗੁਰੂ ਨਾਨਕ ਕਿਰਪਾ ਕਰੇ, ਗੁਰੂ ਨਾਨਕ ਚੇਤੇ ਆਵੇ, ਸਾਨੂੰ ਇੱਕ ਓਂਕਾਰ ਚੇਤੇ ਆਵੇ। ਤੇ ਜਿਨ੍ਹਾਂ ਦੇ ਅੰਦਰੇ ਫੁਰਨਾ ਨਾ, ਧੀਰਜ ਧਰਮ ਧਰਨੀ ਤਰ ਟੇਕ, ਉਹਨਾਂ ਦੀ ਮੈਨ ਟਿੱਗੀ। ਹੌਸਲੇ ਵਾਲੇ ਨੇ, ਉਹਨਾਂ ਨੂੰ ਕੇਵਲ ਤੇ ਕੇਵਲ ਇੱਕ ਦਾ ਆਸਰਾ ਹੈ। ਜਤ ਸਤ ਸੰਜਮ ਹਿਰਦੈ ਸਮਾਏ। ਸੋ ਇਸ ਪ੍ਰਕਾਰ ਜਾਦਾ ਭਾਵ ਦਾ ਇਹਨਾਂ 9 ਗੋਲਕਾਂ ਦਾ ਕੰਟਰੋਲ, ਜਿਹਨੂੰ ਆਪਾਂ ਰੋਜ਼ਾਨਾ ਪੜ੍ਹਦੇ ਹਾਂ। ਜਤ ਪਹਾਰਾ, ਧੀਰਜ ਸੁਨਿਆਰ, ਐਰਨ ਮਤ ਵੇਦ ਹਥਿਆਰ। ਔਰ ਦੂਜੇ ਪਾਸੇ ਆਪਾਂ ਪੜ੍ਹਦੇ ਹਾਂ, ਸੀਲ ਜਤ ਕੀ ਕਛ ਪੈਰ ਪਗਰੋ ਹਥਿਆਰਾ। ਆਪਾਂ ਅੰਮ੍ਰਿਤ ਛਕਿਆ ਨਾ, ਜਿਨ੍ਹਾਂ ਨੇ ਉਚੇਤੇ ਕਰ ਮੇਰੇ ਭਰਾ ਭਾਈ ਭੈਣਾਂ। ਕੰਘਾ ਸਾਡੇ ਹੱਥੋਂ ਛੁੱਟ ਜਾਏ ਤੇ ਆਪਾਂ ਕਹਿੰਦੇ ਸੱਚੇ ਪਾਤਸ਼ਾਹ ਕਿਰਪਾ ਕਰੀ, ਤੇਰੀ ਰਹਿਤ ਮਰਜ਼ਾਦਾ 'ਚ ਪਰਪੱਕ ਰਹੀਏ। ਪਰ ਬਾਥਰੂਮ ਦੇ ਇਸ਼ਨਾਨ ਕਰਦਿਆਂ ਗੁਸਲਖਾਨੇ 'ਚ ਸਾਡਿਆਂ 2 ਗਿੱਟਿਆਂ ਤੋਂ ਕਸ਼ਹਿਰਾ ਲੈ ਤੇ ਗੁਰਮੁਖੋ ਅਸੀਂ ਇਕੱਲੇ ਅਰਦਾਸ ਨਹੀਂ ਜੇ ਕਰ ਸਕਦੇ, 5 ਸਿੰਘਾਂ ਕੋਲ ਅਰਦਾਸ ਕਰਾਉਣੀ। ਉਹਦਾ ਕਾਰਨ ਇਹ ਸਾਡੇ ਕਰੈਕਟਰ ਦਾ ਪ੍ਰਤੀਕ ਹੈ। ਗੁਰੂ ਕੇ ਸਿੱਖ ਨੇ ਸੁਪਨੇ ਦੇ ਵਿੱਚ ਵੀ ਪਰਾਏ ਬਿਸਰੇ ਤੋਂ ਪਰਹੇਜ਼ ਕਰਨਾ, ਸੁਪਨੇ ਦੇ ਵਿੱਚ ਵੀ
ਦਸਮ ਪਾਤਸ਼ਾਹ ਦਾ ਸ਼ਬਦ ਮੈਂ ਬੇਨਤੀ ਕਰਾਂ, ਸੁਧ ਜਬ ਤੇ ਹਮ ਲਈ ਬਚਨ ਗੁਰਦੈ ਹਮਾਰੇ, पूत यही प्रण तोए प्राण जबला खड़तारे, निज नारी के साथ न्यो तुम नित बढ़इयो, पर नारी की सेज भूल सुपने होना चाहिए। सिखा प्रतखता की सुपने दे विच भी पराए बिस्तरे तू परहेज कर। इस करके जत दे धारनी सत दे धारनी ते संयम संकोच संयम की ਕੰਨਾਂ ਦੇ ਨਾਲ ਨਿੰਦਿਆ ਨਹੀਂ ਸੁਣਨੀ, ਗੁਰੂ ਕੀ ਬਾਣੀ ਸੁਣਨੀ ਹੈ। ਮੂੰਹ ਨਾਲ ਕਿਸੇ ਨੂੰ ਬੁਰਾ ਨਹੀਂ ਕਹਿਣਾ, ਗੁਰਬਾਣੀ ਪੜ੍ਹਨੀ ਹੈ। ਪੈਰਾਂ ਨਾਲ ਮਾੜੇ ਪਾਸੇ ਨਹੀਂ ਜਾਣਾ, ਗੁਰਦੁਆਰੇ ਨੂੰ ਜਾਣਾ ਹੈ। ਇਸ ਪ੍ਰਕਾਰ ਇਹ ਸੰਜਮ ਉਹਨਾਂ ਗੁਰਮੁਖਾਂ ਦੇ ਹਿਰਦੇ ਵਿੱਚ ਟਿਕਿਆ ਹੋਇਆ ਹੈ। ਚੌਥੇ ਪਦ ਕਉ ਜੇ ਮਨ ਪਤੀ ਆਏ, ਜੇ ਭਾਈ ਤੁਰਿਆ ਪਦ ਵਿੱਚ ਕਿਸੇ ਗੁਰਮੁਖ ਪਿਰ ਦਾ ਮਨ ਪਤੀ ਜਾਏ, ਜੇ ਕੋਈ ਚੌਥੇ ਪਦ ਵਿੱਚ ਪਹੁੰਚ ਜਾਵੇ ਤਾਂ ਜਿਹਨੂੰ ਤੁਰਿਆ ਪਦ ਕਹਿੰਦੇ ਹਨ। ਸਾਚੇ ਨਿਰਮਲ ਮੈਲ ਨ ਲਾਗੈ, ਹੋਇਆ ਕਿ ਉਹ ਸੱਚੇ ਪ੍ਰਮਾਤਮਾ ਵਿੱਚ ਅਭੇਦ ਹੋ ਗਏ, ਉਹਨਾਂ ਨੂੰ ਫਿਰ ਕਿਸੇ ਪ੍ਰਕਾਰ ਦੀ ਕੋਈ ਮੈਲ ਹੀ ਨਹੀਂ ਲੱਗਦੀ। ਕਿਸੇ ਪ੍ਰਕਾਰ ਨਾ ਅਵਿਦਿਆ ਦੀ, ਨਾ ਅਸਮਤਾ ਦੀ, ਨਾ ਅਭਿਨਵੇਸ਼, ਇਹ ਉਹਨੂੰ ਪ੍ਰਭਾਵਿਤ ਨਹੀਂ ਕਰਦੇ। ਗੁਰ ਕੈ ਸ਼ਬਦ ਭਰਮ ਪਉ ਭਾਗੈ, ਗੁਰੂ ਦੇ ਉਪਦੇਸ਼ ਦੇ ਦੁਆਰਾ ਉਹਨਾਂ ਦਾ ਕਿਸੇ ਪ੍ਰਕਾਰ ਦਾ ਭਰਮ ਨਹੀਂ। ਆਪਾਂ ਕਹਿੰਦੇ ਅੱਜ ਫਲਾਣਾ ਵਾਰ, ਮੰਗਲਵਾਰ, ਵੀਰਵਾਰ ਇਤਿਆਦਿਕ, ਤੇ ਜਿਨ੍ਹਾਂ ਨੇ ਗੁਰੂ ਦੇ ਉਪਦੇਸ਼ ਨੂੰ ਕਮਾਇਆ ਨਾ, ਉਹਨਾਂ ਦੇ ਅੰਦਰ ਪੰਕਤੀ ਵਸੀ ਸਗਨ ਅਪਸਗਨ ਤਿਸ ਕੋ ਲੱਗੇ ਜੇ ਚੀਤ ਨਾ ਆਵੇ। ਇਹ ਸਗਨ ਤੇ ਅਪਸਗਨ ਉਹਨਾਂ ਵਾਸਤੇ ਨੇ ਜਿਨ੍ਹਾਂ ਨੂੰ ਵਾਹਿਗੁਰੂ ਭੁੱਲ ਗਿਆ, ਤੇ ਜਿਨ੍ਹਾਂ ਨੂੰ ਵਾਹਿਗੁਰੂ ਚੇਤਿਆ ਨਾ, ਗੁਰੂ ਪਾਤਸ਼ਾਹ ਕਹਿੰਦੇ ਬਿਘਨ ਨਾ ਕੋ ਲਾਗਤਾ ਪ੍ਰਭ ਪੈ ਅਰਦਾਸ, ਕਰਤਾ ਪੁਰਖ ਖਲੋਆ ਵਾਲ ਨਾ ਵਿੰਗਾ ਹੋਆ। ਜਿੱਥੇ ਗੁਰੂ ਨਾਨਕ ਪਾਤਸ਼ਾਹ ਤੇ ਗੁਰੂ ਗੋਬਿੰਦ ਸਿੰਘ, ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦੀ ਕਿਰਪਾ ਗੁਰਮੁਖਾਂ ਤੇ ਖਤਰਾ ਕਾਹਦਾ। ਇਸ ਪ੍ਰਕਾਰ ਗੁਰੂ ਦੇ ਉਪਦੇਸ਼ ਦੁਆਰਾ ਜਿਹੜੇ ਕਈ ਤਰ੍ਹਾਂ ਦੇ ਵਹਿਮ ਨੇ, ਕਈ ਤਰ੍ਹਾਂ ਦੇ ਸਾਡੇ ਅੰਦਰ ਡਰ ਨੇ, ਇਹ ਭਾਗੇ ਨਾਸ ਹੋ ਜਾਂਦੇ ਹਨ। ਸੂਰਤ ਮੂਰਤ ਆਦ ਅਨੂਪ, ਉਹ ਗੁਰਮੁਖੋ ਕਿਸੇ ਦੀ ਸ਼ਕਲ ਦਾ ਧਿਆਨ ਨਹੀਂ ਧਰਦੇ। ਉਹ ਪਰਮਾਤਮਾ ਜਿਹੜਾ ਉਪਮਾ ਤੋਂ ਰਹਿਤ ਹੈ, ਜਿਹੜਾ ਆਦਿ ਪੁਰਖ ਹੈ, ਉਹ ਹੈ ਸ਼ਬਦ। ਇਹਦੇ ਨਾਲ ਆਪਣੀ ਸੁਰਤੀ ਨੂੰ ਜੋੜਦੇ ਨੇ ਤੇ ਮੰਗਦੇ ਕੀ ਹਨ। ਨਾਨਕ ਜਾਚੈ ਸਾਚ ਸਰੂਪ, ਉਹ ਗੁਰਮੁਖੋ ਕੇਵਲ ਤੇ ਕੇਵਲ ਵਾਹਿਗੁਰੂ ਦੇ ਕੋਲੋਂ ਵਾਹਿਗੁਰੂ ਨੂੰ ਮੰਗਦੇ ਹਨ। ਜਦੋਂ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਕੋਲ ਆਉਂਦੇ ਹੁੰਦੇ ਨਾ, ਉਦੋਂ ਕਿਆ ਕਰੋ, ਬਿਨ ਤੋਂ ਹੋਰ ਜੇ ਮੰਗਣਾ, ਸਿਰ ਦੁੱਖਾਂ ਕੇ ਦੁੱਖ ਦੇ ਨਾਮ ਸੰਤੋਖੀਆ, ਉਤਰੇ ਮਨ ਕੀ ਭੁੱਖ। ਤੇ ਗੁਰਮੁਖੋ ਜਿਹਦਾ ਗੁਰੂ ਬਣ ਗਿਆ, ਉਹਨੂੰ ਖਤਰਾ ਕਾਹਦਾ। ਗੁਰੂ ਕੋਲੋਂ ਗੁਰੂ ਨੂੰ ਮੰਗਿਆ ਕਰੋ। ਜਦੋਂ ਗੁਰੂ ਸਾਡਾ ਹੋ ਗਿਆ ਨਾ, ਅਸੀਂ ਭੁਲੇਖੇ ਨਾਲ ਹੁਸ਼ਿਆਰਪੁਰ ਵੇਸਬਾ ਦੇ ਚੁਬਾਰੇ ਤੇ ਚੜ੍ਹਨ ਲੱਗੇ, ਤੇ ਸਾਡਾ ਗੁਰੂ ਉੱਥੇ ਇੱਕ ਸ੍ਰੀ ਸਾਹਿਬ ਫੜ ਕੇ ਤੇ ਬੂਹੇ ਅੱਗੇ ਖਲੋ ਗਿਆ ਵੀ ਮੈਂ ਤੈਨੂੰ ਡੁੱਬਣ ਨਹੀਂ ਦੇਣਾ। ਆਪਾਂ ਗੁਰੂ ਜੋਗੇ ਬਣੇ ਨਾ, ਸਾਡਾ ਇਤਿਹਾਸ ਹੈ। ਕਿਉਂਕਿ ਆਪਾਂ ਭੁੱਲਣਾ ਨਾ, ਗਲਤੀ ਕਰ ਬੈਠੇ, ਕਿਰਪਾਨ ਵੀ ਪਾ ਲਈ, ਇਹ ਵੀ ਕਹਿ ਦਿੱਤਾ ਵੀ ਮੈਂ ਗੁਰੂ ਜੋਗਾ, ਪਰ ਮਨ ਬੜਾ ਚੰਦਰਾ ਹੈ। ਗੁਰੂ ਜੋਗਾ ਆ ਕੇ ਵੀ ਅਸੀਂ ਵੇਸਬਾ ਜੋਗੇ ਬਣਨ ਨੂੰ ਤਿਆਰ ਹੋ ਗਏ। ਜਦੋਂ ਤਿਆਰ ਹੋ ਗਿਆ ਨਾ, ਜਿਹੜਾ ਗੁਰੂ ਸੀ ਨਾ, ਉਹ ਵੇਸਬਾ ਦੇ ਬੂਹੇ ਅੱਗੇ ਖਲੋਤਾ, ਕਹਿਣ ਲੱਗਾ ਮਿੱਤਰਾ ਤੂੰ ਮੇਰੇ ਜੋਗਾ, ਤੇ ਹੁਣ ਮੇਰੀ ਡਿਊਟੀ, ਮੈਂ ਤੈਨੂੰ ਡੁੱਬਣ ਨਹੀਂ ਦਿਆਂਗਾ। ਇਸ ਕਰ ਗੁਰਮੁਖੋ ਆਪਾਂ ਕੇਵਲ ਦੇ ਕੇਵਲ ਵਾਹਿਗੁਰੂ ਕੋਲੋਂ ਵਾਹਿਗੁਰੂ ਨੂੰ ਮੰਗੀਏ, ਗੁਰੂ ਦੇ ਕੋਲੋਂ ਗੁਰੂ ਨੂੰ ਮੰਗੀਏ, ਜਿਹੜਾ ਅਨਾਦੀ ਹੈ। ਦੁਨੀਆ ਦੇ ਪਦਾਰਥ ਕਿੰਨੇ ਵੀ ਹੋਣ, ਆਪਾਂ ਪੜ੍ਹਦੇ ਹਾਂ ਗੁਰੂ ਕੀ ਬਾਣੀ 'ਚ, ਲੰਕਾ ਗੜ ਸੋਨੇ ਕਾ ਭਇਆ, ਮੂਰਖ ਰਾਵਣ ਕਿਆ ਲੈ ਗਿਆ। ਆਪਾਂ ਤਾਂ 2 ਤੋਲਿਆਂ ਦੀ ਗੱਲ ਕਰਦੇ ਹਾਂ ਨਾ, ਰਾਵਣ ਦੀ ਸੋਨੇ ਦੀ ਲੰਕਾ ਸੀ, ਲੇਕਿਨ ਚੱਲੇ ਜਵਾਰੀ 2 ਹੱਥ 4। ਗੁਰੂ ਬਾਬਾ ਸਾਡੇ ਤੇ ਕਿਰਪਾ ਕਰੇ, ਸਾਡਾ ਅਕੀਦਾ ਕੇਵਲ ਤੇ ਕੇਵਲ ਗੁਰੂ ਤੇ ਪ੍ਰਪੱਕ ਹੋਵੇ। ਇਹ ਸਤਿਗੁਰੂ ਪਾਤਸ਼ਾਹ ਦੇ ਚਰਨਾਂ 'ਚ ਅਰਦਾਸ ਬੇਨਤੀ ਹੈ। ਗੁਰੂ ਕਾ, ਗੁਰੂ ਕੇ ਸੰਗਤਾਂ ਦਾ ਧੰਨਵਾਦ ਜੀ। ਹਾਂਜੀ। ਸਾਚੇ ਨਿਰਮਲ ਮੈਲ ਨ ਲਾਗੈ, ਗੁਰ ਕੈ ਸ਼ਬਦ ਭਰਮ ਪਉ ਭਾਗੈ। ਸੂਰਤ ਮੂਰਤ ਆਦ ਅਨੂਪ, ਨਾਨਕ ਜਾਚੈ ਸਾਚ ਸਰੂਪ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ੇਰੇ ਪੰਜਾਬ ਗੁਰਬਾਣੀ YouTube ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ, ਤੇ ਇਸ ਤੇ ਗੁਰਬਾਣੀ, ਸ਼ਬਦ ਕੀਰਤਨ ਤੇ ਇਤਿਹਾਸ ਨਾਲ ਵੱਧ ਤੋਂ ਵੱਧ ਜੁੜ ਕੇ ਆਨੰਦ ਮਾਣੋ ਤੇ ਆਪਣੀ ਜ਼ਿੰਦਗੀ ਨੂੰ ਸਫਲ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।